ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, आवाज सुन रही है साड़ी? हाँ जी, वाहिगुरु जी सुन रही है, ठीक ठाक है, क्लियर। हाँ जी, आप जी की आवाज सुन रही है वाहिगुरु जी। ठीक है वाहिगुरु। हाँ जी, गुरु जी दी साजी नवाजी, गुरु प्यारी गुरु सवारी, गुरु रूप खालसा साध संगत जी। ਸਭ ਤੋਂ ਪਹਿਲਾਂ ਆਪਾਂ ਸਾਰੇ ਹੀ ਆਪਣੇ ਤਨ ਤੇ ਮਨ ਦੀ ਇਕਾਗਰਤਾ ਨੂੰ ਬਣਾਉਂਦੇ ਹੋਏ ਅਕਾਲ ਪੁਰਖ ਜੀ ਨੂੰ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਅਸੀਂ ਸਾਰੇ ਹੀ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਆਪ ਜੀ ਦੀ ਅਕਥ ਦਾ ਗਿਆਨ ਲੈਣ ਲੱਗੇ ਹਾਂ ਤੇ ਆਪ ਜੀ ਕਿਰਪਾ ਕਰੋ ਸਾਰਿਆਂ ਦੀ ਹੀ ਤਨ ਤੇ ਮਨ ਦੀ ਹਾਜ਼ਰੀ ਸੱਚਖੰਡ ਵਿੱਚ ਪ੍ਰਵਾਨ ਕਰੋ ਤੇ ਆਪਣੇ ਅਕਥ ਦਾ ਗਿਆਨ ਸਾਨੂੰ ਸਰਵਣ ਕਰਾਓ। ਬੁਲਾਓ ਫਤਿਹ ਗੁਰਮੁਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਆਪਾਂ ਸਾਰੇ ਹੀ ਬਹੁਤ ਬਹੁਤ ਬਦਭਾਗੀ ਹੈ ਜਿਨ੍ਹਾਂ ਦਾ ਮਾਰਗਦਰਸ਼ਨ ਕਲਯੁਗ ਦੇ ਸਮੇਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂर्ण ਗੁਰੂ ਕਰ ਰਹੇ हैं। और साड़ा भरोसा है कि 1% नहीं 100 ਤੇ ਵੀ ਵੱਧ % ਅਸੀਂ ਕਹਿੰਦੇ ਹਾਂ ਕਿ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗ ਕੇ ਚੱਲੂਗਾ ਉਹਦਾ ਮਿਲਾਪ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਸਾਥ ਜ਼ਰੂਰ ਹੋਣਾ ਹੈ। ਬਸ ਸਾਨੂੰ ਕੁਝ ਚੀਜ਼ਾਂ ਦੀ ਗੌਰ ਕਰਦੇ ਹੋਏ ਕੁਝ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਮਾਲਿਕ ਦੀ ਵੱਲ बढ़ते चले जाना है। बैक नहीं पीछे मुड़ना। जो भी गुरुमुख जिस भी अवस्था ਦੇ ਵਿੱਚ ਵਾਹਿਗੁਰੂ ਬੈਠੇ हैं ਉਸ ਆਪਣੀ ਅਵਸਥਾ ਨੂੰ ਆਪਣੇ ਆਪ ਨੂੰ ਸਾਹਮਣੇ ਖੜੇ ਕਰਕੇ ਦੇਖੋ ਕਿ ਵਾਹਿਗੁਰੂ ਸਾਡੇ ਤੇ ਜੋ ਅਸੀਂ ਪਹਿਲੇ ਥੇ ਔਰ ਜੋ ਅਸੀਂ ਹੁਣ ਹੈ ਉਹਦੇ ਵਿੱਚ ਕਿੰਨਾ ਫਰਕ ਪੈ ਗਿਆ। ਕਿਉਂਕਿ ਗੁਰਮੁਖੋ ਆਪਾਂ सोचते हैं कि भाई साड़ा प्रैक्टिकल और होना चाहिए ऐ तो भी बद सानू मिलना चाहिए ऐ तो भी बद। लेकिन जो साहिब श्री गुरु ग्रंथ साहब महाराज जी सानू एक बड़ी सोहनी सी एक गुरबाणी दे राही समझाना करते हैं। कहने बिन गुण कीते भगत ना होए। जे वाहिगुरु साड़े विच उस अकाल पुरख परमात्मा दे गुण नहीं आए ते भक्ति नहीं हो सकती, असंभव है। वो अकाल पुरख परमात्मा दे गुण कौन से हैं? उस अकाल पुरख परमात्मा दे गुण है कि वो अकाल पुरख परमात्मा निर्वैर है, किसी तो वैर नहीं करता, निर्भव है, किसी ਨੂੰ ਡਰਾਉਂਦਾ ਨਹੀਂ ਤੇ ਆਪ ਨਹੀਂ ਡਰਦਾ ਕਿਸੇ ਤੋਂ ਤਾਂ ਨਾ ਹੀ ਕਿਸੇ ਨੂੰ ਡਰਾਉਂਦਾ। ਸਮੇਂ ਦਾ ਵਾਹਿਗੁਰੂ ਉਸ ਤੇ ਕੋਈ ਪ੍ਰਭਾਵ ਨਹੀਂ ਪੜਦਾ। ਜਿਵੇਂ ਆਪਾਂ ਤਾਂ ਸਾਰੇ ਮਾਨੁਖ ਦੀ ਦੇਹੀ ਦੇ ਵਿੱਚ ਹੈ, ਆਪਾਂ ਦੀ ਮਨ ਦੀ ਜੋ ਵਰਤੀ ਹੋਈ ਹੈ ਉਹ ਇਹੋ ਜੀ ਹੈ ਕਿ ਵਾਹਿਗੁਰੂ ਸਾਡੇ ਮਨ ਸਮੇਂ ਦੇ ਅਨੁਸਾਰ ਸਾਈਡਾਂ ਬਦਲ ਲੈਂਦਾ ਹੈ। ਜਿਵੇਂ ਜੇ ਮਾਹੌਲ ਦੇ ਵਿੱਚ ਜਾਂਦਾ ਹੈ ਉਹ ਖਿਨ ਮਾਤਰ ਸਮੇਂ ਦੇ ਵਿੱਚ ਮਾਲਿਕ ਗੁਰਮਤ ਦੀ ਜੋ ਗਿਆਨ ਮਿਲਦਾ ਹੈ ਉਹਦੇ ਵਿੱਚ ਤੇ ਉੱਡ ਕੇ ਦੂਸਰੀ ਥਾਂ ਤੋਂ ਬਹਿ ਜਾਂਦਾ ਹੈ ਤੇ ਫਿਰ ਬਾਅਦ ਨੂੰ ਉਹਨੂੰ ਪਛਤਾਣਾ ਹੁੰਦਾ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਨਹੀਂ ਹੋ ਰਹੀ। ਆ ਕੀ ਵਜ੍ਹਾ ਹੋ ਰਹੀ ਹੈ ਕਿ ਆਪਾਂ ਉਸ ਥਾਂ ਲੋ ਨਹੀਂ ਪਹੁੰਚ ਪਾ ਰਹੇ ਜਿਸ ਥਾਂ ਦੀ ਬਾਤ ਗੁਰਬਾਣੀ ਗੁਰੂ ਸਾਨੂੰ ਬਤਾਉਂਦੇ ਹਨ। ਉਹਦੇ ਲਈ ਵਾਹਿਗੁਰੂ ਬੜੀ ਬਰੀਕੀਆਂ ਨੂੰ ਦੇਖਦੇ ਹੋਇਆ ਬੜੇ ਹੀ ਧਿਆਨ ਨਾਲ ਚੱਲਣਾ ਹੈ ਇਸ ਰਸਤੇ ਤੋਂ। ਕਿਉਂਕਿ ਗੁਰਬਾਣੀ ਗੁਰੂ ਖੁਦ ਕਹਿੰਦੀ ਹੈ ਕਿ ਨੇ ਖਿੰਨਿਓ ਤਿੱਕੀ ਬਾਲੋ ਨਿੱਕੀ ਇਤ ਮਾਰਗ ਜਾਣਾ। ਬਹੁਤ ਬਰੀਕੀ ਦਾ ਸੂਖਮ ਰਸਤਾ ਹੈ। ਇਹਦੇ ਲਈ ਆਪਾਂ ਨੂੰ ਬੜੀ ਹੀ ਸਹਿਜਤਾ ਦੇ ਸਾਥ ਸਹਿਜ ਸੁਭਾਈ ਇਸ ਰਸਤੇ ਤੋਂ ਚੱਲਣਾ ਹੈ। ਸਾਡੇ ਵਿੱਚ ਕੋਈ ਜ਼ੋਰ ਨਹੀਂ ਹੋਣਾ ਚਾਹੀਏ, ਕੋਈ ਵੀ धक्का नहीं होना चाहिए, सिर्फ प्रेम होना चाहिए, प्रेम सहज होना चाहिए, भरोसा होना चाहिए। भक्ति दे विच सब ते इम्पोर्टेंट जो है वो है मालिक तो भरोसा। और फिर उस तो बाद मालिक दा गुण है कि मालिक अजूनी है, जूनिया दे विच नहीं आंदा और वो सच है। ये भी आद सच जुगाद सच है भी सच नानक होसी भी सच। वो अकाल पुरख परमात्मा सच था, सच है, सच रहूगा। थिर था, थिर है और थिर रहूगा। ਉਹਦੇ ਵਿੱਚ ਬਦਲਾਵ ਨਹੀਂ ਹੈ।
ਸਾਡੇ ਵਿੱਚ ਬਦਲਾਵ ਹੈ। ਤੇ ਇਹਦਾ ਮਤਲਬ ਕਿ ਅਸੀਂ ਥਿਰ ਨਹੀਂ ਹੋਏ। ਹੁਣ ਸਾਨੂੰ ਗੁਰਬਾਣੀ ਗੁਰੂ ਜੋ ਫਰਮਾਨ ਕਰਦੇ ਹੈ ਉਹ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ। ਜਬ ਤੱਕ ਕਿ ਅਸੀਂ ਵਾਹਿਗੁਰੂ ਥਿਰ ਦੇ ਘਰ ਦੇ ਵਿੱਚ ਬੈਠਣਾ ਨਹੀਂ ਕਰਦੇ, ਥਿਰ ਘਰ ਦੇ ਵਿੱਚ ਜਾ ਕੇ ਨਹੀਂ ਬਹਿੰਦੇ, ਤਬ ਤੱਕ ਸਾਡੇ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਜੋ ਖਜ਼ਾਨਾ ਹੈ वो नहीं खुलना। क्योंकि थिर घर ते जो नीचे दी थां है वो है वाहिगुरु त्रिलोकी त्रै गुण काल दा एरिया। ਉਹਦੇ ਵਿੱਚ ਬਹਿ ਕੇ ਅਸੀਂ ਕਨਫਿਊਜ਼ਨ ਹੋ ਜਾਂਦੇ ਹਾਂ ਕਿ ਵਾਹਿਗੁਰੂ ਉਸ ਥਾਂ ਤੋਂ ਅਸੀਂ ਕਿਵੇਂ ਜਾਵੇਂ ਜਿੱਥੇ ਕਿ ਆਨੰਦ ਹੀ ਆਨੰਦ ਹੈ, ਸੁਖ ਹੀ ਸੁਖ ਹੈ। ਉਹਦੇ ਲਈ ਆਪਾਂ ਨੂੰ ਤ੍ਰਿਲੋਕੀ ਦੇ ਵਿਚਾਰਾਂ ਨੂੰ ਡੈਡ ਕਰਨਾ ਹੀ ਕਰਨਾ ਪੜੂਗਾ, ਤਾਂ ਆਪਾਂ ਨੂੰ ਪਰਮ ਆਨੰਦ ਆਊਗਾ। ਜਿਵੇਂ ਸਾਡੀ ਸੋਚ ਹੁੰਦੀ ਹੈ ਵਾਹਿਗੁਰੂ ਅਸੀਂ ਬਹੁਤ ਹੀ ਜ਼ਿਆਦਾ ਮਾਲਿਕ ਦਾ ਚੇਤਾ ਕਰ ਰਹੇ ਹਾਂ, ਜਿੰਨਾ ਕੁ ਮਾਲਿਕ ਕਰਾ ਰਹੇ ਹਾਂ ਆਪਾਂ ਕਰ ਰਹੇ ਹਾਂ। ਵਾਹਿਗੁਰੂ ਸਿਮਰਨ ਦੀ ਕਲਾਸ ਲਾਣੇ ਹਾਂ ਆਪਾਂ, ਅਖਤ ਦੇ ਰਾਹੀਂ ਵੀ ਸਮੇਂ ਮਾਲਿਕ ਦੇ ਲਈ ਆਪਾਂ ਲਾਣੇ ਹਾਂ। ਫੇਰ ਵੀ ਆਪਣੇ ਮਨ ਦੇ ਵਿੱਚ ਕਿਤੇ ਨਾ ਕੋਈ ਕਮੀ ਮਹਿਸੂਸ ਹੁੰਦੀ ਹੈ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਉਹ ਵਾਲੀ ਕਿਰਪਾ ਕਿਉਂ ਨਹੀਂ ਹੋ ਰਹੀ ਵਾਹਿਗੁਰੂ ਜਿਹਦੀ ਗੁਰਬਾਣੀ ਗੁਰੂ ਬਾਤ ਕਰਦੀ। ਤੇ ਉਹਦੇ ਲਈ ਵਾਹਿਗੁਰੂ ਆਪਾਂ ਨੂੰ ਆਪਣਾ ਤਨ, ਆਪਣਾ ਮਨ, ਆਪਣਾ ਧਨ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੌਂਪਣਾ ਪੜੂਗਾ। ਹੁਣ ਆਪਾਂ ਨੂੰ ਆ ਵੀ ਸੋਚੀ ਨਹੀਂ ਹੈਗੀ ਆਪਾਂ ਨੂੰ ਕਿ ਵਾਹਿਗੁਰੂ ਤਨ ਤੇ ਮਨ ਤੇ ਧਨ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨੀ ਕਿਵੇਂ ਸੌਂਪਾਂ। वाहिगुरु या जो धन है और साढ़े पास जो मालिक दे दिया हुए जो धन है वो है स्वासा रूपी धन, और जो साड़ा मन है जो साढ़े नेत्रा दे विच बैठा है। ਹੁਣ ਵਾਹਿਗੁਰੂ ਹੈ ਜੀ ਡਿਊਟੀ ਲਾਓ ਇਹਨਾਂ ਦੀ ਚੀਜ਼ਾਂ ਦੀ, ਦੇਖੋਗੇ ਇਹਨਾਂ ਦੀ ਡਿਊਟੀ ਕਿੱਥੇ ਕਿੱਥੇ ਲੱਗੀ ਹੋਈ ਹੈ। ਤਨ ਦੀ ਡਿਊਟੀ ਲੱਗੀ ਹੋਈ ਹੈ ਵਾਹਿਗੁਰੂ ਦੁਨਿਆਵੀ ਕਰਮ ਤੋਂ। ਤਾਂ ਅਸੀਂ ਪਿਛਲੇ 3 ਯੁਗਾਂ ਤੋਂ ਕਰਮ ਨੂੰ ਇਤਨਾ ਜ਼ਿਆਦਾ ਦ੍ਰਿੜ ਕਰਦੇ ਹੋਏ ਆ ਰਹੇ ਹੈ ਕਿ ਆਪਾਂ ਧਰਮ ਨੂੰ ਭੁੱਲ ਗਏ। ਉਸ ਤੋਂ ਬਾਅਦ ਜੋ ਆਪਣੇ ਨੇਤਰਾਂ ਦੇ ਵਿੱਚ ਸਾਡੀ ਮਨ ਦੀ ਜੋਤ ਰੱਖੀ ਹੋਈ ਹੈ ਉਹਦੀ ਡਿਊਟੀ ਸਾਨੇ ਲਗਾਈ ਹੈ ਆਕਾਰਾਂ ਨੂੰ ਦੇਖਣੇ ਦੀ। ਇਹਦੇ ਵਿੱਚ ਕੌਣ ਬੈਠਾ ਹੈ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ? ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮਨੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਆਪਾਂ ਕਹਿੰਦੇ ਵਾਹਿਗੁਰੂ ਅਸੀਂ ਆਪਣਾ ਮਨ ਕਿਵੇਂ ਪ੍ਰਮਾਤਮਾ ਨੂੰ ਸੌਂਪਦੇ ਹਾਂ। ਵਾਹਿਗੁਰੂ ਜੋ ਸਾਡੇ ਨੇਤਰਾਂ ਦੀ ਜੋ ਕਿਰਿਆ ਹੈ ਉਹ ਹੈ ਦੇਖਣਾ। ਜੇ ਅਸੀਂ ਮਾਲਿਕ ਨੂੰ ਦੇਖ ਰਹੇ ਹਾਂ, ਹੁਣ ਇੱਕ ਵਿਚਾਰ ਹੋਰ ਹੈ ਵੀ ਜੇ ਜਿਨ ਗੁਰਮੁਖਾਂ ਨੂੰ ਅਕਾਲ ਪੁਰਖ ਪਰਮਾਤਮਾ ਜੀ ਦੇ ਦਰਸ਼ਨ ਨਹੀਂ ਹੋਏ ਉਹਨਾਂ ਦਾ ਕੁਐਸਚਨ ਆ ਰਹੂਗਾ ਕਿ ਵਾਹਿਗੁਰੂ ਅਸੀਂ ਤਾਂ ਮਾਲਿਕ ਨੂੰ ਨਹੀਂ ਦੇਖਾ ਤੇ ਅਸੀਂ ਕਿਵੇਂ ਸੇਵਾ ਕਰਾਂਗੇ ਨੇਤਰਾਂ ਤੋਂ। ਉਹਨਾਂ ਦੇ ਲਈ ਵੀ ਸਟੇਜ ਹੈ, ਉਹਨਾਂ ਨੇ ਕਿਸ ਲੈਵਲ ਤੋਂ ਬੈਠ ਕੇ ਪਰਮਾਤਮਾ ਦੀ ਸੇਵਾ ਕਰਨੀ ਹੈ। ਤੇ ਆਹ ਵਾਲਾ ਵਿਚਾਰ ਆਪਾਂ ਕਲੀਅਰ ਕਰਦੇ ਕਿ ਨੇਤਰਾਂ ਦੇ ਵਿੱਚ ਸਾਡੇ ਮਾਲਿਕ ਦੀ ਜੋਤ ਰੱਖੀ ਹੋਈ ਹੈ, ਔਰ ਉਸ ਜੋਤ ਨੂੰ ਜੋ ਮਾਲਿਕ ਨੇ ਹੁਕਮ ਕਰਾ ਹੈ ਉਹ ਹੈ ਮਾਲਿਕ ਨੂੰ ਦੇਖ ਦੇਖ ਕੇ ਉਹਦੀ ਸੇਵਾ ਕਰਨਾ। ਰਸਨਾ ਤੋਂ ਜੇ ਸਾਡੇ ਸਵਾਸ ਆਨੇ ਹੈ ਇਹਨਾਂ ਦੀ ਕੀ ਡਿਊਟੀ ਹੈ ਵਾਹਿਗੁਰੂ ਇਹਨਾਂ ਸਵਾਸਾਂ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਤੇ ਵਾਪਸ ਬੇਗਮਪੁਰਾ ਦੇ ਵਿੱਚ ਆਪਣੇ ਸਵਾਸਾਂ ਰੂਪੀ ਧਨ ਨੂੰ ਕਾਮਯਾਬ ਕਰਨਾ, ਉੱਥੇ ਜਮਾ ਕਰਨਾ। ਹੁਣ ਆਪਣੀ ਆਪਣੀ ਅਵਸਥਾ ਨੂੰ ਦੇਖਦੇ ਹੋਏ ਦੇਖਣਾ ਹੈ ਕਿ ਵਾਹਿਗੁਰੂ ਅਸੀਂ ਕੌਣ ਸੀ ਅਵਸਥਾ ਦੇ ਵਿੱਚ ਬੈਠੇ ਹੈ ਕਿ ਸਾਨੂੰ ਵਾਹਿਗੁਰੂ ਗੁਰਮੰਤਰ ਕਰਨੇ ਦੀ ਜ਼ਰੂਰਤ ਹੈ। ਵਾਹਿਗੁਰੂ ਗੁਰਮੰਤਰ ਜਬ ਆਪਾਂ ਕਰਦੇ ਹੈ ਉਹ ਮਾਲਿਕ ਨੇ ਸਾਨੂੰ ਤ੍ਰਿਲੋਕੀ ਤੇ ਰਹਿਤ ਤ੍ਰੈ ਗੁਣਾ ਤੋਂ ਰਹਿਤ ਕਰਨ ਲਈ ਇੱਕ ਰਾਸਤਾ ਬਤਾਇਆ ਹੈ ਕਿ ਵੀ ਤੁਸੀਂ ਜੋ ਸਾਡੀ ਨੱਕ ਦੀ ਨੋਕ ਤੇ ਜਿੱਥੇ ਕਿ ਆਪਾਂ ਦੇ ਨੱਕ ਦੇ ਵਿੱਚ ਨੂੰ ਪਾਉਣ ਪ੍ਰਵੇਸ਼ ਕਰਦੀ ਹੈ ਉਹਦੇ ਤੇ ਥੱਲੇ ਦਾ ਜੋ ਨਾਭੀ ਤੱਕ ਦਾ ਏਰੀਆ ਹੈ ਵਾਹਿਗੁਰੂ ਉਹ ਹੈ ਕਾਲ ਦਾ ਦਾਇਰਾ। ਹੁਣ ਉਸ ਦਾਇਰੇ ਦੇ ਵਿੱਚ ਜੋ ਵਿਚਾਰ ਚੱਲਦੇ हैं जो पौन पानी अगन तो तैयार होने हैं, जिनमें आप पहले भी विचार कर चुके हैं। जैसी सुन बाहर है वैसे ही अंदर है, कहते जो ब्रह्मंडे सोई पिंडे जो खोजे सो पावे। जितना कुछ अकाल पुरख परमात्मा दी ਹੁਣ ਆਪਾਂ ਕਹਿੰਦੇ ਜੀ ਪੇੜ ਪੱਤੇ ਪੌਦੇ ਪ੍ਰਕਿਰਤੀ ਆ ਸਾਡੇ ਅੰਦਰ ਵੀ ਹੈ, ਨਹੀਂ ਵਾਹਿਗੁਰੂ ਆਪਾਂ ਸੁਣ ਦੀ ਵਿਚਾਰ ਕਰਦੇ ਹਾਂ, ਸੁਣ ਦੀ ਤੇ ਜੋ ਸੁਣ ਦੇ ਵਿੱਚ ਬਾਹਰ ਹਾਜ਼ਰ ਹੈ ਉਹ ਸੁਣ ਸਾਡੇ ਅੰਦਰ ਵੀ ਹੈ, ਉਹ ਉਹਦੇ ਅੰਦਰ ਵੀ ਹਾਜ਼ਰ ਹੈ। ਤੇ ਮਾਲਿਕ ਬਾਹਰ ਵਾਲੀ ਸੁਣ ਦੇ ਵਿੱਚ ਵੀ ਬੈਠਾ ਹੈ तो ਸਾਡੇ ਅੰਦਰ ਜੋ ਸੁਣ ਹੈ ਉਹਦੇ ਵਿੱਚ ਵੀ ਬੈਠਾ ਹੈ।
ਪਰਦਾ ਕਿਤਨਾ ਰਹਿ ਗਿਆ? ਪਰਦਾ ਹੈ ਸਾਡੀ ਬੋਡੀ ਦਾ। ਸਾਡੇ ਤੇ ਪਰਮਾਤਮਾ ਦੇ ਵਿਚਾਲੇ ਚ ਜੋ ਸਭ ਤੋਂ ਪਹਿਲੀ ਦੀਵਾਰ ਹੈ ਉਹ ਹੈ ਸਾਡਾ ਸਰੀਰ। ਕਹਿੰਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭ੍ਰਮ ਭੁਲਾਇਆ। ਮਾਲਿਕ ਦਾ ਤੇ ਸਾਡਾ ਜੋ ਖੇਲ ਹੈ ਸਿਰਫ ਇਤਨਾ ਹੀ ਹੈ, ਆਕਾਰ ਤੇ ਨਿਰਾਕਾਰ। ਅਸੀਂ ਆਕਾਰ ਤੋਂ ਜੁੜ ਗਏ, ਨਿਰਾਕਾਰ ਨੂੰ ਭੁੱਲ ਗਏ। ਹੁਣ ਸਾਨੇ ਆਕਾਰ ਨੂੰ ਭੁੱਲਣਾ ਹੈ, ਨਿਰਾਕਾਰ ਤੋਂ ਜੁੜਨਾ ਹੈ। ਤੇ ਆ ਜੋ ਏਰੀਆ ਜੋ ਨੱਕ ਦੀ ਨੋਕ ਦੇ ਪਾਸੇ ਤੇ ਨਾਭੀ ਦੇ ਏਰੀਏ ਤੱਕ ਹੈ, ਇਹਨੂੰ ਆਪਾਂ ਨੂੰ ਵਾਹਿਗੁਰੂ ਗੁਰੂ ਮੰਤਰ ਦੇ ਰਾਹੀਂ ਵਿਚਾਰਾਂ ਨੂੰ ਡੈਡ ਕਰਦੇ ਹੋਏ, ਵਿਚਾਰਾਂ ਨੂੰ ਖਤਮ ਕਰਦੇ ਹੋਏ, ਫੁਰਨਾ ਨੂੰ ਖਤਮ ਕਰਦੇ ਹੋਏ ਆਪਾਂ ਨੇ ਜੋ ਮਾਲਿਕ ਦਾ ਦਰ ਹੈ, ਫਿਰ ਘਰ 10ਵਾਂ ਦਵਾਰ, ਉਸ ਥਾਂ ਤੋਂ ਸਾਨੇ ਆਸਣ ਲਾਣਾ ਹੈ। ਹੁਣ ਅਸੀਂ ਉਸ ਥਾਂ ਤੋਂ ਆਸਣ ਕਿਵੇਂ ਲਾਏਂਗੇ? ਆਪਾਂ ਨੂੰ ਜੋ ਵਾਹਿਗੁਰੂ ਗੁਰੂ ਮੰਤਰ ਦਿਆ ਗਿਆ ਹੈ, ਇਹਦੇ ਰਾਹੀਂ ਇਹਦੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਇਆ, ਬਹੁਤ ਹੀ ਪ੍ਰੇਮ ਦੇ ਰਾਹੀਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਬੁਲਾਉਂਦੇ ਹੋਏ, ਔਰ ਆਪਣਾ ਧਿਆਨ ਸਿਰਫ ਔਰ ਸਿਰਫ ਜੋ ਸਾਡਾ ਜੋ ਧਿਆਨ ਹੈ ਉਹ ਵਿਚਾਰਾਂ ਦੇ ਵਿੱਚ ਬਿਖਰਾ ਹੋਇਆ ਹੈ, ਤੇ ਉਸ ਧਿਆਨ ਨੂੰ ਆਪਣੀ ਧੁਨ ਦੇ ਵਿੱਚ ਰੱਖ ਦੇਣਾ ਹੈ। ਕਿਉਂ ਰੱਖਣਾ ਹੈ ਧੁਨ ਦੇ ਵਿੱਚ? ਇਹ ਬਰੀਕੀਆਂ ਨੂੰ ਪਕੜੋ। ਕਈ ਵਾਰ ਸਾਡੇ ਕੁਐਸਚਨ ਬੜੇ ਰਹਿੰਦੇ, ਵਾਹਿਗੁਰੂ ਸਾਨੂੰ ਬੋਲਦੇ ਆ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਜਪੋ, ਇਹਦਾ ਮਤਲਬ ਕੀ ਹੈ? ਵਾਹਿਗੁਰੂ ਗੁਰੂ ਮੰਤਰ ਦਾ ਜੋ ਮਤਲਬ ਹੈ, ਵਾਹਿਗੁਰੂ ਕੀ ਜੋ ਸਾਡੀ ਨੱਕ ਦੀ ਨੋਕ ਦੇ ਪਾਸੇ ਤੇ ਜੋ ਪੌੜ ਪ੍ਰਵੇਸ਼ ਕਰਦੀ ਹੈ ਔਰ ਨਾਭੀ ਤੋਂ ਬੈਕ ਵਾਪਸ ਮੁੜ ਜਾਂਦੀ ਹੈ, ਉਹਦੇ ਵਿੱਚ ਜੋ ਸੁੰਨ ਹੈ, ਸੁੰਨ ਦੇ ਵਿੱਚ ਖਾਲੀ ਖਲਾ ਦੇ ਵਿੱਚ ਆ ਪੌੜ ਪ੍ਰਵੇਸ਼ ਕਰਦੀ ਹੈ ਔਰ ਵਾਪਸ ਆਉਂਦੀ ਹੈ। ਉਹਦੇ ਵਿੱਚ ਜੋ ਤत्व ਹੈ, ਉਹਨਾਂ ਤੋਂ ਜੋ ਵਿਚਾਰ ਤਿਆਰ ਹੁੰਦੇ ਹੈ, ਉਹ ਸਾਡੀ ਨੱਕ ਦੀ ਨੋਕ ਜੋ ਮੱਥੇ ਦੇ ਵਿੱਚ ਵਿਚਾਲੇ ਵਾਲਾ ਪੁਆਇੰਟ ਹੈ, ਅੱਖਾਂ ਦੇ ਵਿਚਾਲੇ ਵਾਲਾ, ਇੱਥੇ ਸੁਖਮ ਰੂਪ ਦੇ ਵਿੱਚ ਜੋ ਸਾਡੀ ਮਨ ਦੀ ਜੋਤ ਰੱਖੀ ਹੋਈ ਹੈ, ਉਹ ਉਹਨੂੰ ਪੌੜ ਤੇ ਜੈਸੇ ਹੀ ਕੰਟੈਕਟ ਕਰਦੀ ਹੈ ਤੇ ਪੌੜ ਦੇ ਰਾਹੀਂ ਜੋ ਖਾਲੀ ਖਲਾ ਦੇ ਵਿੱਚ ਤत्व ਚੱਲ ਰਹੇ, ਉਹਨਾਂ ਤੋਂ ਵਿਚਾਰ ਤਿਆਰ ਹੋਣੇ ਸ਼ੁਰੂ ਹੋ ਜਾਂਦੇ हैं। ਔਰ ਉਹਨਾਂ ਦੇ ਵਿੱਚ ਸਾਡਾ ਮਨ ਤ੍ਰਿਲੋਕੀ ਦੇ ਵਿੱਚ, ਉਹਨੂੰ ਤ੍ਰਿਲੋਕੀ ਬੋਲਾ ਗਿਆ ਹੈ, ਭਵਸਾਗਰ ਬੋਲਾ ਗਿਆ ਹੈ, ਕਾਲ ਦਾ ਏਰੀਆ ਬੋਲਾ ਗਿਆ ਹੈ। ਉਹਦੇ ਵਿੱਚ ਆਪਾਂ ਸਾਰੇ ਹੀ ਭਗਤੀ ਵੀ ਕਰਦੇ ਰਹੇ ਹਾਂ, ਗੁਰਬਾਣੀ ਵੀ ਪੜ੍ਹਦੇ ਰਹੇ हैं और ਵਾਹਿਗੁਰੂ ਗੁਰਮੰਤਰ ਵੀ ਕਰਦੇ ਰਹੇ। ਤੇ ਵਾਹਿਗੁਰੂ ਗੁਰਮੰਤਰ ਕਰਨੇ ਦਾ ਜੋ ਮੇਨ ਵਜ੍ਹਾ ਹੈ, ਤਰੀਕਾ ਹੈ, ਉਹ ਹੈ ਵਾਹਿਗੁਰੂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰਨਾ। ਜੇ ਸਾਡੇ ਵਿਚਾਰ ਨੇ ਹੁੰਦੇ ਤੇ ਸਾਡੇ ਤਰੀਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਰਹੀ ਹੈ, ਕਿਉਂਕਿ ਸਾਨੂੰ ਆਪਣੇ ਤਨ ਨੂੰ, ਮਨ ਨੂੰ, ਸਾਰਾ ਕੁਝ ਭੁੱਲ ਗਏ। ਤਨ ਨੂੰ ਭੁੱਲ ਜਾਣਾ ਹੈ, ਸੰਸਾਰ ਨੂੰ ਭੁੱਲ ਜਾਣਾ ਹੈ, ਸਾਰਾ ਕੁਝ ਭੁੱਲ ਜਾਣਾ ਹੈ। ਸਿਰਫ और सिर्फ की करना है, या नहीं सोचना भी स्काइप तो सिमरन चल रहा है, ਅਸੀਂ ਸਿਮਰਨ ਕਰਾ ਰਹੇ हैं, ये भी कुछ नहीं होना चाहिए। ਸਾਨੂੰ ਹੈ ਕਿ ਅਸੀਂ ਵਾਹਿਗੁਰੂ ਨੂੰ ਬੁਲਾ ਰਹੇ हैं, पता नहीं कौन और सिमरन कर रहा है, जुड़ा है कोई नहीं जुड़ा। सारा ध्यान सिर्फ और सिर्फ कितना होना चाहिए, किस चीज में होना चाहिए? सुन ਦੇ ਵਿੱਚ ਬੈਠੇ ਹੋਏ ਮਾਲਿਕ ਦੀ ਤਰਫ ਹੋਣਾ चाहिए, ਔਰ ਉਹਨੂੰ ਅਸੀਂ ਇਤਨੇ ਪ੍ਰੇਮ ਦੇ ਰਾਹੀਂ ਬੁਲਾਏ ਕਿ ਅਸੀਂ ਸਾਰਾ ਕੁਝ ਭੁੱਲ ਜਾਏ, ਕਿਉਂਕਿ ਸਾਨੂੰ ਤਾਂ ਲੋਕ ਨੂੰ ਭੁੱਲਣਾ ਹੈ ਨਾ। ਜਿਵੇਂ ਆਪਾਂ ਲੋਕ ਨੂੰ ਨਹੀਂ ਭੁੱਲਦੇ ਔਰ ਬੋਡੀ ਦੇ ਵਿੱਚ ਬਹਿ ਕੇ ਹੀ ਸਿਮਰਨ ਕਰਦੇ ਰਹਿੰਦੇ ਹੈ, ਤੇ ਵਾਹਿਗੁਰੂ ਫਿਰ ਵਿਚਾਰਾਂ ਤੋਂ ਮਨ ਰਹਿਤ ਨਹੀਂ ਹੁੰਦਾ ਔਰ ਉਹ ਬੋਡੀ ਤੋਂ ਵੱਖ ਨਹੀਂ ਹੁੰਦਾ। ਸਾਨੂੰ ਕੋਈ ਵਿਚਾਰ ਕਿਸੇ ਤਰ੍ਹਾਂ ਦੀ ਆਪਣੀ ਤਰਫ ਤੇ ਨਹੀਂ ਲੈਣੀ। ਜੇ ਸਾਨੂੰ ਕੋਈ ਵਿਚਾਰ ਆਂਦੀ ਵੀ ਹੈ ਤੇ ਆਵਾਜ਼ ਨੂੰ ਉੱਚੀ ਕਰ ਦੋ, और ਉੱਚੀ ਕਰ ਦੋ। मतलब कि जिਵੇਂ ਲਾ ਲਓ कि पागल जैसी स्थिति हो जाती है, पागल जैसे कि भूल जाओ सारा कुछ, वाहिगुरु सानू तू ही चाहिए। ਉਹਦੇ ਵਿੱਚ ਆ ਜਾਂਦਾ ਹੈ ਪ੍ਰੇਮ। मालिक कुछ नहीं चाहिए, सिर्फ परमात्मा तू चाहिए। कृपा कर दे, सुन ਦੇ ਵਿੱਚ ਬੈਠਾ ਹੈ, ਤੇਰੇ ਮੇਰੇ ਵਿਚਾਲੇ ਦੇ ਵਿੱਚ ਦੂਰੀ ਕੀ ਹੈਗੀ, ਹੈ ਨਾ? ਕੋਈ ਦੂਰੀ ਨਹੀਂ ਹੈ। ਵਾਹਿਗੁਰੂ ਵਿਚਾਰਾਂ ਦੀ ਦੂਰੀ ਹੈ, ਵਿਚਾਰਾਂ ਨੂੰ ਖਤਮ ਕਰ ਦੇ, ਮੈਨੂੰ ਸਨਮੁਖ ਕਰ ਲੈ ਆਪਣੇ। ਇਹੋ ਜੀ ਬੇਨਤੀ ਕਰ ਕਰਕੇ ਪ੍ਰਮਾਤਮਾ ਨੂੰ ਬੁਲਾਣਾ ਹੈ। ਇੱਕ ਕਰਮ ਨਹੀਂ ਬਣਾਣਾ, ਮਤਲਬ ਵਾਹਿਗੁਰੂ ਗੁਰੂ ਮੰਤਰ ਨੂੰ ਜੋ ਹੈ ਇੱਕ ਕਰਮ ਨਹੀਂ ਬਣਾਣਾ। ਪ੍ਰੇਮ ਦੇ ਰਾਹੀਂ ਆਪਾਂ ਨੂੰ ਵਾਹਿਗੁਰੂ ਗੁਰੂ ਮੰਤਰ ਨੂੰ ਜਪ ਕੇ ਮਾਲਿਕ ਨੂੰ ਦਹਾੜਾ ਮਾਰਨੀਆਂ ਹੈ। ਜਿਵੇਂ ਕਬੀਰਦਾਸ ਜੀ ਨੇ ਲਿਖਾ, ਹਮ ਕੂਕਰ ਤੇਰੇ ਦਰਬਾਰ। ਅਬ ਉਹਨਾਂ ਨੇ ਦੇਖੋ ਕਿੰਨੀ ਨੀਵਾਂ ਹੋ ਕੇ ਵਾਹਿਗੁਰੂ ਨੂੰ ਉਹਨਾਂ ਨੇ ਸਤਕਾਰ ਦਿਆ, ਤੇ ਆਪਾਂ ਨੂੰ ਵੀ ਮਾਲਿਕ ਨੂੰ ਬਹੁਤ ਜ਼ਿਆਦਾ ਨੀਵੇਂ ਹੋ ਕੇ, ਬਹੁਤ ਹੀ ਜ਼ਿਆਦਾ ਨੀਵੇਂ ਹੋ ਕੇ ਬੇਨਤੀ ਕਰਨੀ ਹੈ, ਪ੍ਰਮਾਤਮਾ ਸਾਨੂੰ ਗਿਆਨ ਨਹੀਂ ਹੈਗਾ, ਤੂੰ ਸਾਨੂੰ ਬਖਸ਼ ਦੇ।
ਕਿਉਂਕਿ ਸਾਡੇ ਔਰ ਮਾਲਿਕ ਦੇ ਵਿਚਾਲੇ ਚ ਕੋਈ ਦੂਰੀ ਨਹੀਂ ਹੈ, ਵਿਚਾਰਾਂ ਦੀ ਦੂਰੀ ਹੈ ਵਾਹਿਗੁਰੂ, ਵਿਚਾਰਾਂ ਦੀ, ਵਿਚਾਰਾਂ ਦਾ ਹੀ ਜੋ ਵਿਚਾਰ ਹੈ वो ही ਕਾਲ ਦਾ ਏਰੀਆ ਹੈ। ਜਿੱਥੇ ਜਾ ਕੇ ਸਾਡੇ ਵਿਚਾਰ ਖਤਮ ਹੋ ਜਾਂਦੇ ਹੈ ਵਾਹਿਗੁਰੂ ਉੱਥੇ ਥਿਰਗਰ ਹੋ ਜਾਂਦਾ ਹੈ, ਉੱਥੇ ਜਾ ਕੇ ਸਾਡੀ ਸੁਰਤੀ ਬਹਿ ਜਾਂਦੀ ਹੈ ਔਰ ਉੱਥੇ ਸਾਨੂੰ ਮਾਲਿਕ ਦੇ ਮੁਖ ਦੀ ਆਵਾਜ਼ ਸੁਣਾਈ ਦਿੰਦੀ ਹੈ। ਫਿਰ ਸਾਨੂੰ ਉਸ ਮਾਲਿਕ ਦੀ ਮੁਖ ਦੀ ਆਵਾਜ਼ ਨੂੰ ਸੁਣ ਸੁਣ ਕੇ ਸੇਵਾ ਕਰਨੀ ਹੁੰਦੀ ਹੈ। ਜੇ ਸਾਨੂੰ ਵਿਚਾਰ ਆ ਰਹੇ ਹੈ ਤੇ ਸੋਚ ਲਓ ਕਿ ਅਸੀਂ ਤਰਲੋਕੀ ਦੇ ਵਿੱਚ, ਤ੍ਰੈ ਗੁਣਾ ਦੇ ਵਿੱਚ ਫੇਰ ਪ੍ਰਵੇਸ਼ ਕਰ ਗਏ, ਕਾਲ ਨੇ ਸਾਤੇ ਫੇਰ ਜ਼ੋਰ ਪਾਣਾ ਸ਼ੁਰੂ ਕਰ ਦਿया ਤੇ ਫੇਰ ਗੁਰੂ ਮੰਤਰ ਨੂੰ ਦ੍ਰਿੜ ਕਰਨਾ ਹੈ। और मिन्नत जोदड़ी इतनी करनी है कि मन विराग दे विच चला जावे, इतना नीवा हो जावे कि अपनी जिन्नी भी कमजोरी है ना मालिक दे अगे दिखा देनी है सानू कि वाहिगुरु, सानू वाहिगुरु जपना भी नहीं आंदा, सानू नाम सुनना भी नहीं आंदा, सानू ध्यान लगाना भी नहीं आंदा, परमात्मा सानू मिला ले, असी आप नहीं तेरे मिल सकते। ऐसी मिन्नता ਦੇ ਸਾਥ जब अपन अकाल पुरख परमात्मा ਨੂੰ मिन्नत जोदड़ी करेंगे फिर परमात्मा सानू चरणा ਦੇ ਵਿੱਚ नहीं सानू गले ते लगा लूगा। लेकिन ਆਪਾਂ अपना हक जताना है मालिक तो हक। ਹੁਣੇ ਤਾਂ ਕਈ ਵਾਰ ਸਾਡਾ ਮਾਈਂਡ ਹੀ ਕਨਫਿਊਜ਼ ਹੋ ਜਾਂਦਾ ਹੈ, ਅਸੀਂ ਆਪਣੇ ਬਾਪ ਨੂੰ ਭੁੱਲ ਜਾਂਦੇ ਹਾਂ ਕਿ ਉਹ ਸਾਡਾ ਬਾਪ ਹੈ ਔਰ ਉਹ ਸੁਣਨ ਦੇ ਵਿੱਚ ਬੈਠਾ ਹੈ। ਤੇ ਜੋ ਤਨ ਮਨ ਧਨ ਗੁਰਬਾਣੀ ਦੇ ਵਿੱਚ ਬੋਲਾ ਹੈ, ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਵਾਹਿਗੁਰੂ ਆਪਣੇ ਨੇਤਰਾਂ ਦੀ ਡਿਊਟੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਦੇਖਣੇ ਦੀ, ਆਪਾਂ ਨੂੰ ਜੋ ਡਿਊਟੀ ਲੱਗੀ ਹੋਈ ਹੈ ਕਾਲ ਦੇ ਵੱਲੋਂ, ਉਹ ਆਕਾਰਾਂ ਨੂੰ ਕਾਲ ਨੂੰ ਦੇਖਣੇ ਦੀ ਡਿਊਟੀ ਲੱਗੀ ਹੋਈ ਹੈ। ਤੇ ਹੁਣ ਆਪਾਂ ਨੂੰ ਉਸ ਕਾਲ ਦੀ ਚੀਜ਼ਾਂ ਨੂੰ ਨਾ ਦੇਖਦੇ ਹੋਏ, ਕਾਲ ਦੀ ਚੀਜ਼ਾਂ ਜੋ ਆਕਾਰ ਹੈ, ਆਕਾਰ ਤੋਂ ਜੋ ਪਹਿਲਾ ਏਰੀਆ ਹੈ ਜਿਹਨੂੰ ਆਪਾਂ ਸਪੇਸ ਬੋਲਦੇ हैं, शून्य बोलते हैं, उस तो अपने मन का आसन लाना है। और उस जगह तो मालिक जे ਆਪਾਂ ਨੂੰ ਮਾਲਿਕ ਦੇ ਦਰਸ਼ਨ ਨਹੀਂ ਹੁੰਦੇ ਤੇ ਉਸ ਜਗ੍ਹਾ ਤੋਂ ਆਸਨ ਲਾ ਕੇ ਵਾਹਿਗੁਰੂ ਦਾ ਜੋ ਗੁਰਮੰਤਰ ਹੈ ਸ਼ੁਰੂ ਵਾਲਾ ਲੈਵਲ ਹੈ ਆ ਜੋ ਨਵੀਂ ਸੰਗਤ ਜੁੜ ਰਹੀ ਹੈ ਉਹਦੇ ਲਈ ਉੱਥੇ ਮਾਲਿਕ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ, ਅਹਿਸਾਸ ਕਰਦੇ ਹੋਏ ਵਾਹਿਗੁਰੂ ਗੁਰਮੰਤਰ ਨੂੰ ਇੰਨੀ ਪ੍ਰੇਮ, ਇਤਨੀ ਸਹਿਜਤਾ ਦੇ ਸਾਥ, ਇਤਨੇ ਸਤਿकारयोग ਹੋ ਕੇ ਆਵਾਜ਼ ਲਗਾਨੀ ਹੈ। ਵਾਹਿਗੁਰੂ अपने करे हुए जो कर्म है, गलतियां है, उन्होंने एक बार झांकी मार के और फिर मालिक नू लगानी है ताकि साड़ी विच होमे ना रह जावे। इन्ने नीवे होके आवाज लगानी है कि वाहिगुरु, असी वाहिगुरु कहन दे काबिल भी नहीं रह गए क्योंकि साढ़े पाप बड़े हैं। क्योंकि वाहिगुरु तुसी साड़ा समझाना करदे हो, असी फिर गलतियां करदे हैं, तुसी फिर समझाना करदे हो, असी फिर गलतियां करदे हैं, तुसी फिर समझाना करदे हो, असी फिर गलतियां करदे हैं। साड़ी आदत नहीं छुट रही मालिक। वाहिगुरु आप ही तुसी साड़ी बाह फड़ के निकाल लो इहदे विच ते। जब आप इन्नियां बेनतियां, इतना नीमे बंदे और जब असी आप कुछ जान के वाहिगुरु गुरु मंत्र जपेंगे कि आप दे विच एक जिवें ला लो कोई विचार किते ना किते, वाहिगुरु सुखम खेल है, सुखम बहुत ही बरीकी दा खेल है। ਅਸੀਂ ਕਹਿੰਦੇ ਜੀ ਅਸੀਂ ਤਾਂ ਨਹੀਂ ਵਾਹਿਗੁਰੂ ਗੁਰਮੰਤਰ ਆਪ ਕਰ ਸਕਦੇ, ਵਾਹਿਗੁਰੂ ਕਰਾ ਰਿਹਾ। ਲੇਕਿਨ ਅਗਰ ਸਾਡੇ ਵਿੱਚ ਸਹਿਜਤਾ ਨਹੀਂ ਆਈ, ਨੀਵਾਪਨ ਨਹੀਂ ਆਇਆ ਤਾਂ ਵਾਹਿਗੁਰੂ ਕਿਤੇ ਨਾ ਕਿਤੇ ਹੋਮੇ ਵਸੀ ਹੋਈ ਹੈ, ਉਹਨੂੰ ਕੱਢ ਦੇਣਾ ਹੈ। ਕਹਿੰਦੇ ਹੋਮੇ ਨਾਮ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਕਿ ਮਾਲਿਕ ਦੇ ਨਾਮ ਦਾ ਤੇ ਹੋਮੇ ਦਾ ਵਿਰੋਧ ਹੈ, ਉਹ ਇੱਕ ਥਾਂ ਤੋਂ ਦੋਨੋਂ ਨਹੀਂ ਰਹਿ ਸਕਦੇ। ਜਾਂ ਤਾਂ ਹੋਮੇ ਹੀ ਰਹੂ ਜਾਂ ਫਿਰ ਮਾਲਿਕ ਦਾ ਨਾਮ ਹੀ ਵਸੂਗਾ। ਤੇ ਜੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਤੋਂ ਮਿਲਾਪ ਕਰਨਾ ਹੈ, ਜੇ ਉਹਦੇ ਪ੍ਰੇਮ ਪਰਮ ਆਨੰਦ ਦਾ ਭੋਗੀ ਬਣਨਾ ਹੈ, ਤੇ ਵਾਹਿਗੁਰੂ ਜਿੰਨਾ ਵੀ ਸੰਸਾਰ ਅਸੀਂ ਦੇਖਦੇ ਹਾਂ, ਹੁਣ ਆਪਾਂ ਨੂੰ ਇੱਕ ਕਨਫਿਊਜ਼ਨ ਹੋਰ ਰਹਿੰਦਾ ਹੈ ਕਿ ਵਾਹਿਗੁਰੂ ਸਾਰੇ ਕੰਮ ਕਾਜ ਛੱਡ ਕੇ ਕੀ ਮਾਲਿਕ ਦੇ ਹੀ ਪਿੱਛੇ ਰਹੇ। ਹਾਂ, ਮਾਲਿਕ ਦੇ ਹੀ ਪਿੱਛੇ ਰਹਿਣਾ ਹੈ। ਜੇ ਮਾਲਿਕ ਨੂੰ ਪਾਣਾ ਹੈ ਨਾ, ਕੰਮ ਕਾਜ ਕਰੋ, ਹੱਥ ਪੈਰਾਂ ਤੇ ਇਹਨੂੰ ਆ ਮਾਇਆ ਹੈ, ਇਹਨੂੰ ਮਾਇਆ ਆਪਣੇ ਮਨ ਨੂੰ ਬਣਾ ਦੋ ਕਿ ਜਿੰਨਾ ਵੀ ਅਸੀਂ ਯੂਜ਼ ਕਰਦੇ ਹਾਂ, ਜੋ ਸਾਡੀ ਫੈਮਿਲੀ ਹੈ, ਪ੍ਰੋਪਰਟੀ ਹੈ, ਕੰਮ ਹੈ, ਕਾਜ ਹੈ, ਬਿਜ਼ਨਸ ਹੈ, ਜੋ ਵੀ ਕੁਝ ਹੈ, ਉਹ ਅਸੀਂ ਕਾਲ ਦੇ ਏਰੀਆ ਦੇ ਵਿੱਚ ਆਨੇ ਹੈ ਔਰ ਨੌਕਰੀ ਕਰਦੇ ਹਾਂ। ਹੁਣ ਉਹ ਨੌਕਰੀ ਸਾਨੇ ਕਾਲ ਦੇ ਸਮਕਸ਼ ਹੋ ਕੇ ਨਾ, ਸਾਨੇ ਵਾਹਿਗੁਰੂ ਦੇ ਹੁਕਮ ਦੇ ਰਾਹੀਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਦੇ ਹੋਏ ਬੜੇ ਹੀ ਸਹਿਜਤਾ ਦੇ ਸਾਥ ਆਪਣੀ ਉਸ ਪੁਆਇੰਟਾਂ ਨੂੰ, ਉਸ ਡਿਊਟੀ ਨੂੰ ਖੇਲਣਾ ਹੈ ਔਰ ਧਿਆਨ ਰੱਖਣਾ ਹੈ ਕਿ ਕਾਲ ਸਾਤੋਂ ਬਾਜੀ ਨਾ ਮਾਰ ਜਾਵੇ। तो ਇਹਦੇ ਲਈ ਸਾਨੂੰ ਤੇਜ਼ੀ ਨਹੀਂ ਹੋਣੀ ਚਾਹੀਏ, ਸਹਿਜਤਾ ਹੋਣੀ ਚਾਹੀਏ, ਸਹਿਜਤਾ।
ਜਿਵੇਂ ਲਾ ਲਓ ਫੈਮਲੀਆਂ ਚ ਅਗਰ ਵਿਚਾਰ ਹੋਣ ਲੱਗੇ ਨਾ, ਕਿਸੇ ਦੀ ਵਿਚਾਰ ਹੋਣ ਲੱਗੇ ਤਾਂ ਕਈ ਕਈ ਘੰਟੇ ਲਾ ਦੇਣੇ, ਕਿਸੇ और ਜੀ ਤੇ ਕੋਈ ਲਾਹਾ ਹੀ ਨਹੀਂ ਹੈ, ਉਹਦੀ ਵਿਚਾਰ ਕਰੀ ਜਾਏंगे, ਉਹਦੀ ਵਿਚਾਰ ਕਰੀ ਜਾਏंगे। ਉਹ ਵਾਹਿਗੁਰੂ ਕਾਲ ਵਰਤਦਾ ਹੈ, ਕਾਲ ਉਹਨੂੰ ਬੜੀ ਸਹਿਜਤਾ ਦੇ ਸਾਥ ਸੋਚ ਸਮਝ ਕੇ ਉਹਦੇ ਨਾਲ ਪੰਗਾ ਲੈਣਾ ਹੈ, ਕਿਉਂਕਿ ਉਹ ਵੀ ਪ੍ਰਮਾਤਮਾ ਦੀ ਇੱਕ ਬੜੀ ਪਾਵਰ ਹੈ ਦੀ ਹੋਈ ਕਾਲ। ਸਾਨੂੰ ਆਈ ਪਤਾ ਨਹੀਂ ਲੱਗਦਾ ਕਿ ਸਾਨੂੰ ਕਾਲ ਕਬ ਸਾਡੇ ਗੁਰਮਤ ਦੇ ਏਰੀਏ ਦੇ ਵਿੱਚ, ਵਾਹਿਗੁਰੂ ਦੇ ਏਰੀਏ ਦੇ ਵਿੱਚ ਨਿਕਾਲ ਕੇ ਔਰ ਆਪਣੇ ਏਰੀਏ ਦੇ ਵਿੱਚ ਬਿਠਾ ਲੈਂਦਾ ਹੈ। ਤੇ ਬਹੁਤ ਹੀ घट कोशिश करनी है कि त्रय गुणा के विचार उनने ही उठाओ जिनकी की जरूरत है। खाना बनाना है तो खाने वाले ही विचार उठाने हैं, बिजनेस तो जाना है तो वो ही उठाने हैं। ध्यान सिर्फ मालिक दे विच रहना चाहिए, ता फिर खेल बनूगी। फिर जब आप ऐसे दृढ़ करते रहेंगे, ऐसे दृढ़ करते रहेंगे, इन्नी प्यार के साथ मालिक देखता है कि भी बच्चा हुक्म दे विच है, तो फिर मालिक खजाना खोल देता है कि लो वरतो, आप भी वरतो ते औरां नूं भी वरतो, ताकि सारा ही संसार सुखी हो जाए। ਤੇ ਸਾਨੂੰ ਮਾਲਿਕ ਦੇ ਹੁਕਮ ਦੇ ਵਿੱਚ ਰਹਿਣ ਲਈ ਤਰੀਕਾ ਹੈ, ਪਹਿਲਾਂ ਤੋਂ ਜੋ ਅਸੀਂ ਕੰਮ ਕਾਜ ਕਰਦੇ ਹਾਂ ਉਹਦੇ ਲਈ ਆਪਾਂ ਨੂੰ ਮੇਨ ਕੁਝ ਵਿਚਾਰ ਇਹੋ ਜਿਹੇ ਹੈਗੇ ਕਿ ਸਾਨੂੰ ਕਿਸੇ ਦੇ ਜੋ ਸਾਡੇ ਜਿੰਨੇ ਵੀ ਵਿਚਾਰ ਹੈ ਨਾ, ਵਿਚਾਰ ਜਾਣਦੇ ਆਪਾਂ ਜਿਨ੍ਹਾਂ ਦੇ ਰਾਹੀਂ ਆਪਾਂ ਦੁਨੀਆ 'ਚ ਵਿਚਰਦੇ हैं, जितने भी विचार है वाहिगुरु सब माया है, सब माया है। आप कहने जी कि थोड़ी बहुत भी बात ना करें, नहीं वाहिगुरु जितनी एक लोड़ है ਜਿਹਦੇ ਬਗੈਰ ਸਾਡੀ ਬੀਚ ਹੀ ਨਹੀਂ ਰਹੀ, ਜਿਹਦੀ ਸਾਨੂੰ ਬਹੁਤ ਹੀ ਇੰਪੋਰਟੈਂਟ ਹੈ, ਉਤਨੇ ਹੀ ਸ਼ਬਦ ਉਠਾਣੇ हैं ਸਾਨੂੰ। ਜੇ ਸਾਨੂੰ ਮਾਲਿਕ ਦੀ ਹੋਂਦ ਮਹਿਸੂਸ ਕਰਨੀ है, प्रेम करना है, आनंद लेना है, अमृत रस पीना है, तो उतने ही विचार उठाने। ऐ नहीं है कि किसी के साथ विचार करने लगे तो फिर लगे भूल गए, वो काल है, काल ਸਾਨੂੰ ਪਰਦਾ ਪਾ ਦਿੰਦਾ ਹੈ। और फिर ਅਸੀਂ जो वापस आने ना, ਤੇ ਸਾਨੂੰ ਜਿਵੇਂ ਲਾ ਲਓ ਆਪਾਂ ਰੋਜ਼ ਸਿਮਰਨ ਕਰ ਰਹੇ हैं, 1 घंटा 2 घंटे जितने भी घंटे ਆਪਾਂ ਕਰਦੇ हैं, ਤੇ ਵਾਹਿਗੁਰੂ ਕਾਲ ਨੇ ਵੀ ਸਾਰਾ ਕੁਝ ਪਤਾ ਹੈ। ਕਾਲ ਫਿਰ ਲੱਗ ਜਾਂਦਾ ਹੈ ਪਲੈਨਿੰਗ ਕਰਨੇ 'ਚ ਕਿ ਵੀ ਇਹਨਾਂ ਦੀ ਜੋ ਭਗਤੀ ਹੈ ਇਹਨੂੰ ਕਿਸ ਤਰ੍ਹਾਂ ਤੋਂ ਖਤਮ ਕਰਾ ਜਾਏ, ਤੇ ਉਹ ਆਪਣੇ ਏਰੀਏ ਦੇ ਵਿੱਚ ਸਾਨੂੰ ਬਿਠਾ ਕੇ ਆਪਣਾ ਹੁਣ ਅਸੀਂ ਵਾਹਿਗੁਰੂ ਗੁਰੂ ਮੰਤਰ ਜੋ ਕਰਦੇ हैं वो ਕਿੰਨਾ 'ਚ ਕਰਦੇ हैं, ਸਵਾਸ ਨਾਚ। ਮਾਲਿਕ ਦੇ ਘਰ ਕੀ ਜਮਾ ਕਰਦੇ हैं ਅਸੀਂ, ਸਵਾਸ, ਠੀਕ ਹੈ। ਇਹ ਸਾਨੂੰ ਖਜ਼ਾਨਾ ਮਿਲਾ ਹੋਇਆ ਹੈ, ਪੂੰਜੀ ਮਿਲੀ ਹੋਈ ਹੈ ਮਾਲਿਕ ਦੇ ਘਰ ਤੇ। ਹੁਣ जब आप दूसरा ਦੇ ਵਿਚਾਰ ਕਰਦੇ हैं, दूसरा ਦੀ ਗੱਲਬਾਤ ਸੁਣਦੇ हैं, जिन्हों का कोई अर्थ ही नहीं हैगा, वो विचार भी ਅਸੀਂ ਕਰੀ ਜਾਂਦੇ हैं, वो किस चीज च करते हैं, श्वासां च। ਤੇ 100 रुपए साने कमा लिए और 200 रुपए साने खर्च कर दिए, ਤੇ सारा बैलेंस किਵੇਂ बन जाऊगा। ਅਸੀਂ सोचे कि ਅਸੀਂ अमीर हो जाएंगे, ऐसा तो हो ही नहीं सकता। 100 रुपए का टोटा चलना ही चलना है। और ਅਸੀਂ किस कंफ्यूजन च बैठ गए कि वाहिगुरु ਅਸੀਂ ਤਾਂ 100 रुपए रोज कमाने हैं, ਤੇ ਸਾਡੇ ਤੇ ਤਾਂ ਕਿਰਪਾ ਹੋ ਹੀ ਜਾਣੀ ਹੈ। लेकिन ਆਪਾਂ ਨੂੰ ਯਾ ਪਰਦਾ ਪੈ ਗਿਆ ਕਿ 100 ਅਸੀਂ ਕਮਾ ਰਹੇ ਤੇ 200 ਰੁਪਏ ਸਾਡੇ ਇਹ ਖਰਚ ਕਰਵਾ ਦਿੰਦਾ ਹੈ। ਜਿਵੇਂ ਲਾ ਲਓ ਕਿਸੇ ਦੀ ਕੋਲ ਆ ਗਈ, ਆਪਾਂ ਲੱਗੇ ਵਿਚਾਰ ਕਰਨੇ, ਘਰ ਪਰਿਵਾਰ ਦੇ ਵਿੱਚ ਅਸੀਂ ਬਹਿ ਗਏ ਜੀ, ਵਾਹਿਗੁਰੂ ਗੁਰੂ ਮੰਤਰ ਵੀ ਕਰਨਾ ਹੈ, ਵਿੱਚ ਵਿੱਚ ਘਰ ਕੰਮ ਕਰਦੇ ਹੋਏ ਦੂਸਰਾ ਤੇ ਵਿਚਾਰਾਂ ਵੀ ਕਰਨੀਆਂ ਨਹੀਂ। ਆਪਣਾ ਧਿਆਨ ਸਿਰਫ ਔਰ ਸਿਰਫ ਮਾਲਿਕ ਦੇ ਵਿੱਚ ਹੋਣਾ ਚਾਹੀਏ। ਜਿਵੇਂ ਕਿਸੇ ਦਾ ਵਿਚਾਰ ਵੀ ਕਰਨੀ ਹੈ ਤਾਂ ਮਾਲਿਕ ਦਾ ਭਾਵ ਰੱਖ ਕੇ ਬੜੀ ਸਹਿਜਤਾ ਦੇ ਸਾਥ विचार करनी है। जितनी एक लोड़ है उतनी विचार करो, बाकी मौन हो जाओ, चुप कर जाओ और अपनी धुन दे विच ध्यान रखते हुए सिमरन करो, कम काज करो। और जो गुरमुख मालिक दे मुख दी आवाज नूं सुनते हैं, उन्होंने मालिक दी पहले गुरमंत्र दृढ़ाना है बहुत ही प्यार के साथ, और गुरमंत्र नूं दृढ़ाते हुए मालिक दी मुख दी आवाज नूं सुनते रहना है ते आपां हुक्म च है। उस तो अगे जो गुरमुख मालिक दे सन्मुख हो चुके हैं, उन्होंने नाम ਨੂੰ ਸੁਣਨਾ ਹੈ। ਨਾਮ ਨੂੰ ਸੁਣਦੇ ਸੁਣਦੇ ਵਾਹਿਗੁਰੂ ਅੱਗੇ ਸੁਣਨ ਦੇ ਵਿੱਚ ਮਾਲਿਕ ਨੂੰ ਘਟ ਦ੍ਰਿਸ਼ਟੀ ਕਰਦੇ ਹੋਏ ਦੇਖਦੇ ਹੋਏ ਕੰਮ ਕਾਜ ਕਰਨੇ ਹੈ। ਆਕਾਰਾਂ ਨੂੰ ਕੈਚ ਨਹੀਂ ਕਰਨਾ। ਆਪਾਂ ਘਟ ਦ੍ਰਿਸ਼ਟੀ ਕਿਉਂ ਕਰਦੇ हैं, जो आकार है वो माया है, ਉਹਨੂੰ ਆਪਾਂ ਨੂੰ ਨਹੀਂ ਪਕੜਦੇ ਵਿੱਚ ਲਾਣਾ, ਕਿਉਂਕਿ ਜੋ ਸਾਡੀ ਅੱਖਾਂ ਦੇ ਵਿੱਚ ਮਨ ਦੀ ਜੋਤ ਹੈ, ਮਨ ਹੈ, ਉਹ ਵਾਹਿਗੁਰੂ ਜਿਵੇਂ ਲਾ ਲਓ ਆਪਾਂ ਫੋਨ ਤੋਂ ਸਕਰੀਨਸ਼ਾਟ ਲੈਂਦੇ ਆ ਨਾ, ਇਸ ਤਰੀਕੇ ਦੇ ਆਕਾਰਾਂ ਦਾ ਸਕਰੀਨਸ਼ਾਟ ਲੈਂਦਾ ਹੈ और आकारा को पकड़ता रहूगा, वो आ गया या इतना सुंदर है या इतना बेकार है या तो बिल्कुल अच्छा नहीं है। इस तरीके के विचार लेके फिर उस तो कार्रवाई करदा। कार्रवाई का मतलब हो गया विचार तैयार होने लगने। जिवें विचार तैयार होने लगे आप सागर च गिर गए। ते आपां नूं की करना है, आपां नूं उन्हां नूं देखना नहीं हैगा, कब देखना है। जिवें ला लो चलो कम काज से जाना है, वो तो सानू मालिक दी ड्यूटी है, उन्हों दा मालिक नूं बेनती करके जाना है
और मालिक को बेनती करनी है कि वाहिगुरु हुक्म दे विच ही रखियो। इस तरीके दे, इस सहजता के साथ जब आप अपनी जीवन ਨੂੰ व्यतीत करेंगे, स्वासा रूपी धन मालिक दे पल्ले पाएंगे, ਤੇ फिर साड़ा आनंद ही आनंद हो जाऊगा। ਇੰਨੀ ਬਰੀਕੀ ਦੇ ਵਿੱਚ ਸਾਨੂੰ ਆਪਣਾ ਜੀਵਨ ਜੀਣਾ ਹੈ। ਹੁਣ ਆਪਾਂ ਲਾ ਲਓ, ਆਪਾਂ ਕਹਿੰਦੇ ਨੇ ਜੀ ਅਸੀਂ ਸਾਰੇ ਹੀ ਆਪਾਂ ਸਾਰੇ ਬਹੁਤ ਲੱਕੀ ਹੈ, ਬਹੁਤ ਬੜਭਾਗੀ ਹੈ। ਕਿਉਂ? ਕਿਉਂਕਿ ਅਕਥ ਦਾ ਸੱਚ ਦਾ ਗਿਆਨ ਬੜੇ ਭਾਗਾ ਵਾਲਾ ਨੂੰ ਹੀ ਮਿਲਦਾ ਹੈ। ਤੇ ਆਪਾਂ ਤਾਂ ਬਹੁਤ ਬਹੁਤ ਬੜਭਾਗੀ ਹੈ ਔਰ ਬਹੁਤ ਹੀ ਪਿਆਰੇ ਹੈ ਅਕਾਲ ਪੁਰਖ ਪਰਮਾਤਮਾ ਨੂੰ, ਜੋ ਮਾਲਿਕ ਸਾਨੂੰ ਇੰਨੇ ਸੋਹਣੇ ਤਰੀਕੇ ਨਾਲ ਸਮਝਾਣਾ ਕਰਕੇ ਵਾਹਿਗੁਰੂ ਗੁਰੂ ਮੰਤਰ ਦੇ ਦੁਆਰਾ, ਨਾਮ ਦੇ ਦੁਆਰਾ ਸਾਨੂੰ ਆਪਣੀ ਸੇਵਾ ਤੇ ਲਾ ਰੱਖਾ ਹੈ। ਤੇ ਆਪਾਂ ਤਾਂ ਸਾਰੇ ਬਹੁਤ ਬਹੁਤ ਬੜਭਾਗੀ ਹੈ। ਮਨ ਦੇ ਵਿੱਚ ਇਹੋ ਜਿਹਾ ਅਹਿਸਾਸ ਕभी ਨਹੀਂ ਕਰਨਾ ਕਿ ਵਾਹਿਗੁਰੂ ਪਤਾ ਨਹੀਂ ਗੱਲ ਬਣੂਗੀ ਵੀ ਜਾਂ ਨਹੀਂ ਵੀ ਬਣੂਗੀ, ਸਾਨੂੰ ਮਾਲਿਕ ਮਿਲੂ ਜਾਂ ਵੀ ਨਹੀਂ ਵੀ। ये शंके हैं, यानी शंका ਨੂੰ खत्म कर दो। इतना अटूट भरोसा कर लो कि वाहिगुरु जब ਅਸੀਂ ਸਾਰਾ ਕੁਝ ਤੈਨੂੰ ਸੌਂਪ ਚੁੱਕੇ हैं, ਜਿਵੇਂ ਤੈਨੂੰ ਕਰਨਾ ਹੈ ਉਵੇਂ ਕਰ ਲੈ, ਤੇ ਫੇਰ ਤੂੰ ਸਾਨੂੰ ਕਿਉਂ ਨਹੀਂ ਮਿਲਨੇ ਦਾ। ਉਹ ਵਿੱਚ ਜੋ ਆਨੇ ਹੈ ਨਾ ਸਾਨੂੰ ਕਨਫਿਊਜ਼ ਕਰਨੇ, ਉਹ ਕਾਲ ਦੇ ਵਿਚਾਰ ਆਨੇ ਹੈ। ਉਹ ਸਾਡੇ ਤੇ ਮਾਲਿਕ ਦੇ ਵਿੱਚ ਦੂਰੀ ਪਾ ਦਿੰਦੇ, ਸਾਨੂੰ ਮਾਲਿਕ ਦੂਰ ਜਾਪਣ ਲੱਗਦਾ ਹੈ। ਤੇ ਗੁਰਬਾਣੀ ਦੇ ਰਾਹੀਂ ਉਹ ਸਾਨੂੰ ਕੀ ਸਮਝਾਣਾ ਕਰ ਰਹੇ, ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਹੀਂ ਆਵੇ। ਇਹ ਵਿਚਾਰਾਂ ਨੇ ਹੀ ਸਾਨੂੰ ਦੁਨੀਆ ਦੇ ਵਿੱਚ ਪਾਣਾ ਹੈ। ਜੋ ਵਿਚਾਰ ਹੈ वो ही ਕਾਲ ਹੈ। ਤੇ ਜੇ ਸਾਨੂੰ ਵਿਚਾਰ ਆਈ ਵੀ ਜਾਣੇ ਤੇ ਸਾਨੂੰ ਵਾਹਿਗੁਰੂ ਗੁਰੂ ਮੰਤਰ ਨੂੰ और बढ़ा देना है। ਇਹਨਾਂ ਤੋਂ युद्ध करना है, युद्ध। ਵਾਹਿਗੁਰੂ ਗੁਰੂ ਮੰਤਰ ਦੇ ਰਾਹੀਂ ਨਾਮ ਨੂੰ ਸੁਣ ਸੁਣ ਕੇ युद्ध करना है। ਇਹਨੇ ਸੂਰਾ ਸੋ ਪਹਿਚਾਨੀਏ, जो लरे दीन के हेत, पुरजा पुरजा कट मरे काहू ना छोड़े खेत। साने युद्ध करना है, ये भी महाबली है ते कमजोर अपन भी नहीं है। अपने साथ मालिक दी फौज है, सहज संतोख सबर दा कपड़ा पाके और नाम दा जो मालिक ने साडे वालों निशान कड्डा है, वो सानू एक बहुत बड़ी पावर मालिक ने बख्श दी है, बहुत अनमोल खजाना। ਉਹਦੀ ਹੋਣ ਨੂੰ ਪਹਿਚਾਨਦੇ ਹੋਇਆ, ਉਹਦਾ ਸਤਿਕਾਰ ਕਰਦੇ ਹੋਇਆ, ਸ਼ਬਦ ਗੁਰੂ ਦਾ ਸਤਿਕਾਰ ਕਰਦੇ ਹੋਇਆ, ਇਹਨਾਂ ਤੋਂ ਡਰਨਾ ਨਹੀਂ ਹੈਗਾ। ਇਹਨਾਂ ਦੇ ਅੱਗੇ ਖੜੇ ਹੋ ਕੇ ਇਹਨਾਂ ਤੋਂ ਯੁੱਧ ਕਰਨਾ ਹੈ, ਇਹਨਾਂ ਤੇ ਟੱਕਰ ਲੈਣੀ ਹੈ। ਇੱਕ ਤਰੀਕੇ ਤੇ ਲਾ ਲਓ ਕਿ ਵੀ ਅਸੀਂ ਕਮਜ਼ੋਰ ਨਹੀਂ ਹੈ, ਹੁਣ ਸਾਡੇ ਸਾਥ ਮਾਲਿਕ ਹੈ। ਇਹ ਚੀਜ਼ ਨੂੰ ਮਹਿਸੂਸ ਕਰਦੇ ਹੋਇਆ ਔਰ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਇੰਨੀ ਜਰਨ ਸ਼ਕਤੀ ਪੈਦਾ ਕਰਨੀ ਹੈ। ਵਾਹਿਗੁਰੂ ਗੁਰਮੰਤਰ ਦੇ ਰਾਹੀਂ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। मालिक का जो सिमरन है वो उदे अगे कोई नहीं टिक सकता। बस असि सिमरन करना सीख जाओ। सिमरन तो भाव होता है चेता, चेते तो भाव होता है याद। एक होता वाहिगुरु गुरु मंत्र बोली जा रहा है, मालिक की याद नहीं है, दिल दे विच नहीं है, उसकी कमी महसूस नहीं हो रही, ते मतलब प्रेम नहीं है। सानू उसकी कमी महसूस होने लगा है कि असि वाहिगुरु गुरु मंत्र दिला रहे हैं कि हुण तक तू सामने आ जा, ਅਸੀਂ ਨਾਮ ਸੁਣ ਰਹੇ ਹੁਣ ਤਾਂ ਤੂੰ ਸਾਹਮਣੇ ਆ ਜਾ। ਮਨ ਇਹੋ ਜਿਹੀ ਅਵਸਥਾ ਦੇ ਵਿੱਚ ਚਲਾ ਜਾਵੇ ਕਿ ਸਿਰਫ ਉਸ ਤੋਂ ਇਲਾਵਾ ਕੁਝ ਸੋਚੇ ਹੀ ਨਾ। ਮੰਗੇ ਤਾਂ ਉਹਨੂੰ ਮੰਗੇ, ਸੋਚੇ ਤਾਂ ਉਹਨੂੰ ਸੋਚੇ, ਦੁਨੀਆ ਨੂੰ ਭੁੱਲ ਜਾਓ। ਜੋ ਆਪਾਂ ਇਹੋ ਜਿਹੀ ਸਥਿਤੀ ਦੇ ਵਿੱਚ ਪਹੁੰਚ ਜਾਏंगे तो ਆਪਾਂ ਤ੍ਰੈ ਗੁਣਾ ਤੇ ਉੱਪਰ ਉੱਠ ਗਏ। ਜੋ ਆਪਾਂ ਤ੍ਰੈ ਗੁਣਾ ਤੇ ਉੱਪਰ ਉੱਠ ਗਏ ਤੇ ਮਾਲਿਕ ਨੇ ਆਪ ਆਣਾ ਹੈ। ਔਰ ਸਾਨੂੰ ਜੋ ਸੁਨ ਹੈ, ਜੋ ਸਾਡੇ ਸਾਹਮਣੇ ਵਾਲੀ ਜਗ੍ਹਾ ਹੈ, ਇਹਦੇ ਵਿੱਚ ਸਾਨੂੰ ਮਨ ਨੂੰ भेंट करने के लिए बुलाना है कि सुन समाध गुफा ते आसन, केवल पार ब्रह्मपुर तहवासन, भगत संग प्रभु गोष्ठ करत है। ये मालिक को लगूगा ना कि बच्चा सच्चा सुच्चा हो गया, कोई मिलावट नहीं रह गई, खालसे दी पदवी तो बैठा है, त्रै गुणा दा संग नहीं करदा, इन्हां नू पंजां नू कोई इंपोर्टेंट नहीं देंदा, मैनू ही प्रेम करदा है, मैनू ही याद करदा है। ते वाहिगुरु ने सानू अपनी बुक्कल च ले लेना है और इतना प्यार देना है, इतना देना है, इतना देना है कि ਅਸੀਂ ਫਿਰ ਉੱਥੇ ਤੋਂ ਵਾਪਸ ਵੀ ਨਹੀਂ ਆਣਾ ਚਾਹਨੇ ਦੇ। और वो कितने दूर नहीं हैगा, ਆਪਾਂ ਸੋਚਦੇ ਕਿ ਪਤਾ ਨਹੀਂ ਕਿੱਥੇ ਜਾएंगे। ਆਪਾਂ ਮਾਲਿਕ ਦੇ ਵਿੱਚ ਹੀ ਹੈ, ਮਾਲਿਕ ਆਪਣੇ ਵਿੱਚ ਹੈ, ਆਪਾਂ ਮਾਲਿਕ ਦੇ ਵਿੱਚ ਹੈ। जितने भी ये ग्रह है 8 जो मालिक ने थापे हैं और आपा एक खंड अपना बॉडी है, सारा कुछ वाहिगुरु मालिक ने अपने बिच ही रखा हुआ है, या स्पेस के अंदर ही घूम रहे हैं। शून्य दे बिच ही धरती भी घूम रही है और ग्रह भी घूम रहे हैं, सारा कुछ शून्य दे बिच ही घूम रहा है। ते असी मालिक दे बिच है,
मालिक साढ़े विच है। दूरी की है, आकार की दूरी है। असी और मालिक दे विच कोई दूरी नहीं है। असी आकार नू अपनी असलियत समझ के बैठ गए, आई दूरी है। असी अपने आप को बॉडी मन के बैठ गए, और असी अपने आप को जब बॉडी साने अपने आप को मन्ना ते बॉडी दी जो रिलेटेड चीजा हुई, जितने भी आकार हुए उन्होंने भी असी अपना मन के बैठ गए। ਉਹ ਸਾਡੇ ਤੇ ਮਾलिक ਦੇ ਵਿੱਚ दूरी बन गई। ਉਹ काल दी एक स्पेशल चाल कि इतनी प्रॉपर्टी आकार है, फैमिली मेरी आकार है। जब आप ਇਹੋ जी अवस्था ਦੇ ਵਿੱਚ ਬਹਿ के देखो, अरे यह आकार जो है गुरबाणी गुरु सानू समझाना करे, यह माया है। और जब आकार नहीं है तो निराकार है, और जो निराकार है मैं ਉਹਦਾ ही बच्चा हाँ। ਤੇ फिर कौन रह गया? एक ही हो गया। कहने बिन गोबिंद ना तीसरे कोई। ਇਹੋ जी अवस्था भी हो गई कि मालिक के अलावा सारा कुछ दिखना बंद हो गया। जब दिव्य दृष्टि बन गई, ਇਹੋ जी अख बन गई कि जिसकी तरफ देखा आकार खत्म हो गया, निराकार हो गया। तो फिर देखा कि मालिक ने सानू आप ठगोरी लाई है, कुछ हैगा ही नहीं। ये तो एक नाटक चल रहा है, या तो एक सीरियल चल रहा है, मालिक आप ही खेल रहा है, कुछ भी नहीं हैगा। या कोई आकार है, ये तो आकार एक खेल बनाया है मालिक ने। और इतना ही खेल है कि आकार को असी असलियत समझ के निराकार को भूल गए। ते हुण साने निराकार की पहचान करनी है और आकार को भूलना है। आकार है ही नहीं, क्योंकि आकार हुंदा तां नासवान ना हुंदा। ये तो नासवान हो जाता है। अपनी बॉडी भी एक समय तो जाके खत्म हो जाती है। जिन्ने भी आकार सर दुनिया च देख लो, सबका एक टाइमिंग है, समय के साथ साथ सब विनाश हो जाता है। लेकिन कभी थोने सुन दा विनाश हुंदा होया देखा? थिर है वो, थिर। जब भी गुरु नानक देव महाराज जी ने सब तो पहला जपजी साहब जी दे विच बोला, कहने आद सच जुगाद सच। कहने भी वो थिर है, ਉਹਦੇ ਵਿੱਚ कोई बदलाव नहीं हैगा। वो सच है, सच था, सच रहूगा। थिर है वो, थिर। साने भी थिर दा रूप होना है, ਸਮਾ ਜਾਣਾ ਹੈ ਉਹਦੇ ਵਿੱਚ। ਤੇ ਉਹਨੂੰ ਉਹਦੇ ਵਿੱਚ ਸਮਾਣੇ ਦੇ ਲਈ ਜੋ ਸਾਨੂੰ ਡਿਊਟੀਆਂ ਮਤਲਬ ਤਰੀਕੇ ਦਿਏ ਗਏ ਹੈ, ਉਹ ਤਰੀਕੇ ਸਾਨੂੰ ਗੁਰਮੁਖਾਂ ਦੇ ਰਾਹੀਂ ਬੜੇ ਅੱਛੇ ਢੰਗ ਦੇ ਨਾਲ, ਬੜੀ ਬਰੀਕੀ ਦੇ ਨਾਲ ਮਿਲ ਰਹੇ ਹਨ। ਸਾਨੂੰ ਵਾਹਿਗੁਰੂ ਗੁਰਮੰਤਰ ਨੂੰ ਇੰਨੇ ਪ੍ਰੇਮ ਤੇ ਦਰੜਾਣਾ ਹੈ ਕਿ ਆਕਾਰ ਨੂੰ ਭੁੱਲ ਜਾਓ। ਆਕਾਰ ਕੀ ਹੈ? ਸਭ ਤੋਂ ਪਹਿਲਾ ਆਕਾਰ ਸਾਡਾ ਸਰੀਰ। जब ਅਸੀਂ ਆਪਣੇ ਸਰੀਰ ਨੂੰ ਭੁੱਲਣਾ ਸ਼ੁਰੂ ਕਰ ਦੇंगे, ਹੁਣ ਇਹ ਸਰੀਰ ਦੇ ਜੋ ਰਿਲੇਟਡ ਚੀਜ਼ਾਂ ਹੈ, ਹੁਣ ਲਾ ਲਓ आप जी के पास जिन्ने भी रिलेशन है, प्रॉपर्टी है, जितना भी सब कुछ है, वाहिगुरु वो सारे मन ने एक स्क्रीनशॉट लेके और उन्हारे अपने मन के अंदर जो है उन्हारे विचार ले रखी। जिवें ला लो आपके पास 2 मकान है या 2 घर है, तो घर तो अंदर नहीं बॉडी दे जा सकते ना, उन्होंने विचार आप जी के अंदर है कि मेरे पास 2 घर है, 2 मतलब मेरे पास 2 कार है, 2 गड्डी है मेरे पास। तो वो गड्डी तो अंदर नहीं जा सकती ना, ਉਹਦਾ ਵਿਚਾਰ ਸਾਰੇ ਅੰਦਰ ਪੜਾ ਹੋਇਆ ਹੈ। तो मेरे भाई है, ਉਹਦਾ ਵਿਚਾਰ ਮੇਰੇ ਅੰਦਰ ਹੈ, ਮੇਰੀ ਮਾਂ ਹੈ, ਉਹਦਾ ਵਿਚਾਰ, ਮੇਰੇ ਇੰਨੇ ਰਿਸ਼ਤੇਦਾਰ ਹੈ, ਉਹਨਾਂ ਦੇ ਵਿਚਾਰ ਸਾਡੇ ਅੰਦਰ ਪੜੇ ਹੋਏ ਆ। ਤਾਂ ਸਾਡੇ ਅੰਦਰ ਮਾਇਆ ਕਿਸ ਤਰੀਕੇ ਤੇ ਪ੍ਰਵੇਸ਼ ਹੋਈ ਹੋਈ ਹੈ? ਜੋ ਬਾਹਰ ਆਕਾਰਾਂ ਦੇ ਵਿੱਚ ਮਾਇਆ ਹੈ, ਉਹ ਸਾਡੇ ਵਿੱਚ ਵਿਚਾਰਾਂ ਦੇ ਰਾਹੀਂ ਪ੍ਰਵੇਸ਼ ਹੋਈ ਹੋਈ ਹੈ। ਹੁਣ ਉਹਨੂੰ ਸਾਡੇ ਵਿਚਾਰਾਂ ਨੂੰ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਉਹਨੂੰ ਡਿਲੀਟ ਕਰਨਾ ਹੈ। ਜੈਸੇ ਫੋਨ ਨੂੰ ਰੀਸੈਟ ਮਾਰ ਦਿੰਦੇ ਨਾ, ਇਸ ਤਰੀਕੇ ਤੇ ਸਾਨੂੰ ਰੀਸੈਟ ਮਾਰਨਾ ਹੈ ਆਪਣੇ ਆਪ ਨੂੰ। और फिर रिसेट मार के सिर्फ ਉਹਦੇ ਵਿੱਚ ऑप्शन रखने हैं नाम ਦਾ, ਅੰਮ੍ਰਿਤ ਰਸ ਦਾ, ਮਾਲਿਕ ਦੇ ਚੇਤੇ ਦਾ, ਵਾਹਿਗੁਰੂ ਗੁਰਮੰਤਰ ਦਾ। ਇਹ ਵਾਲੇ ऑप्शन रख के मन ਦੇ ਅੰਦਰ ਰੱਖਣੇ। ਤਨ ਦੀ ਬਾਤ ਨਹੀਂ ਆਪਾਂ ਕਰਦੇ। ਤਨ ਦਾ ਆਕਾਰ ਹੈ, ਤਨ ਨੂੰ ਤਾਂ ਆਪਾਂ ਨੂੰ ਭੁੱਲਣਾ ਹੈ। जिस दिन आप अपने तन को भूलने से कामयाब हो गए, सोचो आकार निराकार में आकार समा, वो समय फिर जिस दिन साड़ा आकार या जो बॉडी है निराकार ਦੇ ਵਿੱਚ ਖਤਮ ਹੋ ਜਾਊਗਾ। ਕਿਉਂਕਿ ਇਹ ਮਿੱਟੀ ਹੈ ਜੋ ਦ੍ਰਿਸ਼ਟਮਾਨ ਹੈ। ਆਪਾਂ 3 ਅਵਸਥਾ ਤੋਂ ਖੇਲਦੇ हैं। ਵਾਹਿਗੁਰੂ ਬੜੀ ਹੀ ਸਹਿਜਤਾ ਦੇ ਸਾਥ ਸਮਝੋ। ਸਭ ਤੋਂ ਪਹਿਲਾਂ ਇੱਕ ਦ੍ਰਿਸ਼ਟਮਾਨ ਆਕਾਰ ਹੈ ਜਿਹਨੂੰ ਆਪਾਂ ਇਹ ਛੂ ਸਕਦੇ ਹਾਂ। ਇੱਕ ਇਹਦੇ ਅੰਦਰ ਹੋਰ ਹੈ, ਉਹ ਹੈ ਸੂਖਮ ਆਕਾਰ। और उस सूक्ष्म आकार ਨੂੰ भी जो चला रहा है वो है साडा मन, नाम रूप। वो आप खुद है मालिक दा बच्चा, ਉਹਦਾ कोई रूप रंग रेख नहीं है। ਸਾਨੂੰ ਮਾਲਿਕ ਦੇ ਜੋ ਸਨਮੁਖ ਹੋਣਾ ਹੈ ਉਸ ਅਵਸਥਾ ਦੇ ਵਿੱਚ ਹੋਣਾ, ਕਿਉਂਕਿ ਅਸੀਂ ਮਾਲਿਕ ਦੇ ਘਰ ਤੇ ਜੋ ਆਏ थे ना, उस अवस्था ਚ ਆਏ थे। ਨਾ ਆਪਾਂ ਸੂਖਮ ਆਕਾਰ ਦੇ ਵਿੱਚ ਮਾਲਿਕ ਦੇ ਘਰ ਤੇ ਆਏ, ਨਾ ਦ੍ਰਿਸ਼ਟਮਾਨ ਆਕਾਰ ਦੇ ਵਿੱਚ। ਆਪਾਂ ਮਾਲਿਕ ਦੇ ਘਰ ਤੇ ਨਾਮ ਰੂਪ ਦੇ ਵਿੱਚ ਆਏ ਤੇ ਸਾਡੇ ਨਾਮ ਰੂਪ ਹੋਣਾ ਹੈ। ਹੁਣ ਨਾਮ ਰੂਪ ਕਬ ਹੋਣਗੇ?
ਹੁਣ ਆਪਾਂ ਜੋ ਸਭ ਤੋਂ ਪਹਿਲਾਂ ਖੇਲਦੇ ਹਾਂ ਉਹ ਦ੍ਰਿਸ਼ਟਮਾਨ ਆਕਾਰ ਚ ਖੇਲਦੇ ਹਾਂ, ਤੇ ਆਪਾਂ ਨੂੰ ਦ੍ਰਿਸ਼ਟਮਾਨ ਆਕਾਰ ਛੁੱਟਣਾ ਪੜੂਗਾ। ਹੁਣ ਆਪਾਂ ਦ੍ਰਿਸ਼ਟਮਾਨ ਆਕਾਰ कैसे छुटेंगे? वाहिगुरु गुरुमंत्र ਨੂੰ प्रेम ਦੇ ਰਾਹੀਂ दृढ़ाएंगे। जो भूल जाओ सारा कुछ, बस ए दृढ़ाओ। बस मेरे पास शब्द नहीं है इतना ज्यादा खुल के और कहने ਨੂੰ कि सारा कुछ भूल जाओ। कुछ साड़ा, क्योंकि साड़ी कोई प्रॉपर्टी है, साढ़े बच्चे है, साड़ा कोई परिवार है, जो आ दुनिया दुनिया जो असी शब्द सुनते हैं ना, दुनिया या काल है। सर ने आ फीलिंग लेनी है, दुनिया है ही नहीं, मालिक ही मालिक है। जो आ दुनिया है ना, या काल है या माया है। कहने रजगुण तमगुण सतगुण कहिए एह तेरी सब माया। ਇਹਨੂੰ ਸਾਨੇ ਡਿਲੀਟ ਕਰਨਾ ਹੈ, ਖਤਮ ਕਰਨਾ ਹੈ ਇਹਨੂੰ। तो वो ਇੱਕ ਤਾਂ ਵਾਹਿਗੁਰੂ ਗੁਰੂ ਮੰਤਰ ਤਾਂ ਹੋ ਹੀ ਗਿਆ, ਇਹਦੇ ਵਿੱਚ ਇੱਕ ਜਨੂਨ, ਇੱਕ ਪ੍ਰੇਮ, ਇੱਕ ਨੀਵਾਪਨ, ਸਹਿਜਤਾ, ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ। ਔਰ ਘਰ ਪਰਿਵਾਰ ਦੇ ਵਿੱਚ ਮਾਲਿਕ ਨੂੰ ਬੇਨਤੀ ਕਰਨੀ ਹੈ ਕਿ ਵਾਹਿਗੁਰੂ, ਜੇ ਅਗਲਾ ਕੋਈ ਨਹੀਂ ਕਰਦਾ ਨਾ, जब तुसी अगले ਨੂੰ ਨੋਟ ਕਰਨ लगे ਤਾਂ सोचो कि तुसी माया ਦੇ ਵਿੱਚ प्रवेश कर गए। ਬਰੀਕੀ ਨੂੰ ਸਮਝੋ। साने की सोचना है, सिर्फ साने की करना है, सामने सुन है, ਇਹਦੇ ਵਿੱਚ ਮਾਲਿਕ ਬੈਠਾ ਹੈ और मैं बॉडी ਦੇ ਵਿੱਚ ਹਾਂ। ਬਾਕੀ ਜੋ ਕੋਈ ਕੁਝ ਕਰੀ ਜਾਂਦਾ ਹੈ, ਸਾਨੇ ਉਹਨਾਂ ਦੇ ਨਾਲ ਧੱਕਾ ਨਹੀਂ ਕਰਨਾ, ਉਹਨਾਂ ਦਾ ਵੈਰ ਵਿਰੋਧ ਨਹੀਂ ਕਰਨਾ, ਉਹਨਾਂ ਨੂੰ ਫਿੱਕਾ ਨਹੀਂ ਬੋਲਣਾ, ਕਿਉਂਕਿ ਮਾਲਿਕ ਦੇ ਚੌਥੇ ਪਦ ਦੀ ਜੋ ਭਾਸ਼ਾ ਹੈ, ਚੌਥੇ ਪਦ ਦੇ ਵਿੱਚ ਜਾ ਕੇ ਮਾਲਿਕ ਮੁਖ ਦੇ ਵਿੱਚ ਅੰਮ੍ਰਿਤ ਪਾਉਂਦਾ ਹੈ, ਤੇ ਚੌਥੇ ਪਦ ਦੀ ਜੋ ਭਾਸ਼ਾ ਹੈ ਉਹ ਮਿੱਠੀ ਹੈ। ਤੇ ਜੇ ਆਪਾਂ ਕਿਸੇ ਨੂੰ ਫਿੱਕਾ ਬੋਲਦੇ ਹਾਂ ਤੇ ਵਾਹਿਗੁਰੂ ਅਸੀਂ ਤ੍ਰੈਗੁਣਾ ਦੇ ਵਿੱਚ ਉਤਰ ਆਏ, ਫਿਰ ਸਾਨੂੰ ਮੈਲ ਲੱਗ ਜਾਂਦੀ ਹੈ। ਫਿਰ ਸਾਨੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾਣਾ, ਮਾਲਿਕ ਨੂੰ ਮਾਫੀ ਮੰਗਣੀ, ਫਿਰ ਅਸੀਂ ਉਸ ਅਵਸਥਾ ਤੋਂ ਜਾ ਕੇ ਬੈਠेंगे। तो इस करके कोशिश करनी है और मालिक ਨੂੰ इतनी ਬੇਨਤੀਆਂ ਪਾਣੀਆਂ ਹੈ कि ਵਾਹਿਗੁਰੂ, ਅਸੀਂ ਲੋਕ ਦੇ ਵਿੱਚ ਜਦ ਵਿਚਰੇ ਨਾ, ਤੇ ਆਪ ਜੀ ਦੇ ਹੁਕਮ ਦੇ ਰਾਹੀਂ ਵਿਚਰੇ, ਆਪ ਜੀ ਦੀ ਯਾਦ ਸਾਡੇ ਹਿਰਦੇ ਵਿੱਚ ਬਸ ਜਾਵੇ, ਆਪ ਜੀ ਦੇ ਦਰਸ਼ਨ ਸਾਡੀ ਅੱਖਾਂ ਦੇ ਵਿੱਚ ਬਸ ਜਾਵੇ। ਠੀਕ ਹੈ, ਇਸ ਤਰ੍ਹਾਂ ਦੀ ਬੇਨਤੀ ਕਰਕੇ ਲੋਕ ਦੇ ਵਿੱਚ ਸਾਨੂੰ ਵਿਚਰਨਾ ਹੁੰਦਾ ਹੈ। ਜੇ ਫੈਮਿਲੀ, ਜਦ ਤੁਸੀਂ ਆਪਣੀ ਫੈਮਿਲੀ ਮੰਨਣ ਲਗੇ, ਹੁਣ ਇੱਕ ਚੀਜ਼ ਨੂੰ ਵਾਹਿਗੁਰੂ ਸਾਰਿਆਂ ਨੇ ਹੀ ਬੜੀ ਅੱਛੇ ਤੇ ਸਮਝਣੇ ਦੀ ਕੋਸ਼ਿਸ਼ ਕਰਨੀ ਹੈ। ਸੰਸਾਰ ਦਾ ਖੇਲ ਆਪਾਂ ਕਬ ਖੇਲਣਾ ਸ਼ੁਰੂ ਹੋਇਆ, ਕਬ ਆਪਾਂ ਨੇ, ਜਬ ਵਾਹਿਗੁਰੂ ਸਾਨੇ ਉਸ ਸੰਸਾਰ ਨੂੰ ਮੰਨਣੇ ਵਾਲੀ ਚੀਜ਼ ਨੂੰ ਪੁਆਇੰਟ ਕੈਚ ਕਰਨਾ ਹੈ। ਜਿਵੇਂ ਲਾ ਲਓ ਨਿੱਕਾ ਜਿਹਾ ਬੱਚਾ ਹੈ, ਜਬ ਤੱਕ ਆਪਾਂ ਉਹਨੂੰ ਮਨਾ ਨਹੀਂ ਦਿੰਦੇ ਨਾ ਕਿ ਆ ਤੇਰਾ ਪਾਪਾ ਹੈ, तब तक आप ਉਹਨੂੰ बताई जाते हैं। एक बार बताएंगे, 2 बार बताएंगे, 3 बार, जब तक कि वो ਉਹਨੂੰ सुन के अपने हृदय ਚ नहीं बसा ਲੈਂਦਾ, माइंड ਦੇ ਵਿੱਚ सेव नहीं कर लेना कि आ जो पिक्चर है और ये जो वर्ड है या यही यूज ਹੁਣ मैंने करना है। ਹੁਣ ਆਪਾਂ ਨੇ ਵੀ ਕੀ ਕਰਨਾ ਹੈ, ਆਪਾਂ ਨੇ ਵੀ ਮਾਲਿਕ ਦੀ ਜੋ ਪਿਕਚਰ ਹੈ, मतलब पिक्चर ने मतलब स्टैचू नहीं है मालिक का कोई, मालिक ਨੂੰ देख के मन के, कहने कबीरदास जी कहने कहो कबीर मन मानिया तो हर जाने। जब तक कि ਅਸੀਂ ਮੰਨਦੇ ਨਹੀਂ, तब तक ਸਾਡੀ ਗੱਲ ਕभी नहीं बनती। ਮੰਨਣਾ ਹੈ, ਕਿਉਂਕਿ ਲੋਕ ਦਾ ਜੋ ਖੇਲ ਸ਼ੁਰੂ ਹੋਇਆ ਉਹ ਸਾਡੇ ਮੰਨਣੇ ਵਾਲੀ ਕਿਰਿਆ ਤੋਂ ਸ਼ੁਰੂ ਹੋਇਆ। ਜੇ ਕੋਈ ਮੰਨੇ ਹੀ ਨਾ, ਜਿਵੇਂ ਲਾ ਲਓ ਆਪ ਜੀ ਦੀ ਕੋਈ ਰਿਸ਼ਤਾ ਹੈ और आप जी ਉਹਨੂੰ ਮੰਨੋ ਹੀ ਨਾ, ਤੇ ਤੁਹਾਡੇ ਲਈ ਉਹ ਕੋਈ ਵੈਲਿਊ ਹੀ ਨਹੀਂ ਰੱਖਦਾ। जैसे कि आपका बहन भाई है, मैं कहा यार मेरा भाई है ही नहीं, क्योंकि मैं मन ही नहीं रही, ਤੇ ਵਾਹਿਗੁਰੂ ਮੇਰਾ ਉਹਦੇ ਲਈ ਕੋਈ ਫੀਲਿੰਗਸ ਨਹੀਂ ਹੋਊਗੀ, ਕਿਉਂਕਿ ਮੈਂ ਉਹਨੂੰ ਮੰਨਦੀ ਹੀ ਨਹੀਂ। ਇਸੀ ਤਰੀਕੇ ਦੇ ਆਪਾਂ ਨੂੰ ਮਾਲਿਕ ਨੂੰ ਮੰਨਣਾ ਹੈ। ਹੁਣੇ ਤਾਂ ਸਾਡਾ ਮਨ ਮੰਨਦਾ ਹੀ ਨਹੀਂ, ਆਪਾਂ ਜਾਣਦੇ ਹਾਂ ਕਿ ਮਾਲਿਕ ਹੈ, ਲੇਕਿਨ ਆਪਾਂ ਮੰਨਦੇ ਨਹੀਂ। ਆਪਾਂ ਜਾਣਦੇ ਹਾਂ ਕਿ ਮਾਲਿਕ ਹਰ ਜਗ੍ਹਾ ਤੋਂ ਹੈ, ਲੇਕਿਨ ਆਪਾਂ ਮੰਨਦੇ ਨਹੀਂ ਕਿ ਮਾਲਿਕ ਸਾਨੂੰ ਸਾਰਾ ਕੁਝ ਦੇਖ ਰਿਹਾ ਹੈ। ਆਪਾਂ ਮੰਨਦੇ ਹਾਂ ਕਿ ਮਾਲਿਕ ਦਰਸ਼ਨ ਜਾਣਦੇ हैं अपन कि मालिक दर्शन दे सकता है, ਜਾਣਦੇ हैं, लेकिन ਆਪਾਂ ਮੰਨਦੇ ਨਹੀਂ ਕਿ ਮਾਲਿਕ ਸਾਹਮਣੇ ਆ ਜਾਊਗਾ। ਜਾਂ ਮਾਲਿਕ, ਜੇ ਅਸੀਂ ਮੰਨ ਜਾਵੇਂ ਨਾ ਕਿ ਮਾਲਿਕ ਸੁਣਨ ਦੇ ਵਿੱਚ ਬੈਠਾ ਹੈ, ਤੇ ਫਿਰ ਆਪਾਂ ਇੱਕ ਸੂਈ ਦੀ ਨੋਕ ਦੀ ਬਰਾਬਰ ਵੀ ਗਲਤੀ ਨਹੀਂ ਕਰ ਸਕਦੇ, ਕਿਉਂਕਿ ਆਪਾਂ ਭੈ ਦੇ ਵਿੱਚ ਇਤਨੇ ਆ ਜਾਏंगे। ਜੇ ਆਪਾਂ ਮਾਲਿਕ ਦੀ ਅਸਲੀਅਤ ਨੂੰ ਪਹਿਚਾਨ ਲੈਣਾ ਕਿ ਮਾਲਿਕ ਸੁਣ, ਗੁਰਬਾਣੀ ਗੁਰੂ ਸਾਨੂੰ ਸਮਝਾਣਾ ਕਰ ਰਹੇ ਕਿ ਵੀ ਸੁਣ ਦੇ ਵਿੱਚ ਮਾਲਿਕ ਬੈਠਾ ਹੈ। ਚਲੋ ਸਾਨੇ ਆ ਤਾਂ ਜਾਣਕਾਰੀ ਲੈ ਲਈ, ਲੇਕਿਨ ਸਾਨੇ ਆਪਣੇ ਮਨ ਨੂੰ ਮਨਾਇਆ ਨਹੀਂ ਕਿ ਉਹ ਸੁਣ ਦੇ ਵਿੱਚ ਬੈਠਾ ਹੈ। ਤਾਂ ਹੀ ਤਾਂ ਆਪਾਂ ਗਲਤੀਆਂ ਕਰਦੇ ਹਾਂ, ਤਾਂ ਹੀ ਤਾਂ ਆਪਾਂ ਦੂਸਰੇ ਦੀ ਨਿੰਦਾ ਮਾਰ ਦਿੰਦੇ ਹਾਂ, ਦੂਸਰਾ ਨੂੰ ਅੱਛਾ ਬੁਰਾ ਬੋਲ ਦਿੰਦੇ ਹਾਂ। ਔਰ ਫਿਰ ਇੱਕ ਚੀਜ਼ ਹੋਰ, ਅਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰਨੇ ਦੀ ਕੋਸ਼ਿਸ਼ ਨਹੀਂ ਕਰਨੀ ਸੰਸਾਰ ਦੇ ਵਿੱਚ, ਕਿਉਂਕਿ ਸੰਸਾਰ ਦੇ ਵਿੱਚ ਸਭ ਇਕੁਅਲ ਹੈ, ਪਾਪ ਪੁੰਨ ਦੋਈ ਇੱਕ ਸਮਾਨ ਬਰਾਬਰ ਹੈ। ਇੱਥੇ ਤੁਹਾਨੂੰ ਆਪਣੇ ਆਪ ਨੂੰ ਸਾਬਿਤ ਕਰਨੇ ਦੀ ਜ਼ਰੂਰਤ ਨਹੀਂ ਕਰਨੀ, ਸਾਬਿਤ ਕਰਨਾ ਹੈ ਮਾਲਿਕ ਦੇ ਘਰ।
ਇੱਧਰ ਤੁਸੀਂ ਕਹੋ ਜੀ ਸਾਨੇ ਤਾਂ ਫਿੱਕੇ ਬਚਨ ਬੋਲੇ ਨਹੀਂ, ਇਹੋ ਜਿਹੇ ਸਾਨਾ ਤਾਂ ਮੈंने कुछ तो बोला नहीं था, ਇਹੀ ਮੈਨੂੰ ਬੋਲੀ ਜਾ ਰਹੇ, ਤੁਸੀਂ ਸਫਾਈ ਦੇਣੇ ਚਲੇ ਜਾਓ। वो सब त्रय गुणा ਦੇ ਵਿਚਾਰ ਹੈ। ਉतना की यूज करो अनुशासन ਨੂੰ, ਜਿੰਨੀ ਜੇ ਤੁਹਾਨੂੰ ਕੋਈ ਗਲਤੀ ਬਤਾਈ ਜਾਏ ਬਤਾਈ ਜਾਓ ਮਾਲਿਕ ਨੂੰ, ਕਿਉਂਕਿ ਮਾਲਿਕ ਖੇਲ ਰਿਹਾ ਹੈ, ਹੋਰ ਕੋਈ ਨਹੀਂ ਹੈਗਾ। जीत हमेशा सच दी ਹੁੰਦੀ ਹੈ। सच कौन है? मालिक। जे जो भी तुसी हो मालिक ਨੂੰ ਸਾਰਾ ਕੁਝ ਪਤਾ ਹੈ। ਸਾਨੇ ਕਿਸੇ ਨੂੰ ਸਫਾਈ ਦੇਣੇ ਦੀ ਜ਼ਰੂਰਤ ਨਹੀਂ ਹੈਗੀ। खुश करना है तो करना है, बेनतियां करनी है तो मालिक ਨੂੰ करना है, सिर नीवा करना है तो मालिक ਦੇ ਅੱਗੇ करना है। ਸਾਨੇ ਆਪਣੇ ਮਾलिक ਦੀ ਦਿਹਾੜੀ ਲਾਣੀ ਹੈ, ਨਾ ਕਿ ਇਸ ਕਾਲ ਦੀ। ਇਹ ਤਾਂ ਸਾਨੂੰ ਲਾਂਬੇ ਪਾਊਗਾ, ਸਾਨੂੰ ਇਹ ਤਾਂ ਫਿੱਕਾ ਵੀ ਬੋਲੂਗਾ, ਸਾਨੂੰ ਟੌਰਚਰ ਵੀ ਕਰੂਗਾ, ਸਾਨੂੰ ਸਭ ਤਰ੍ਹਾਂ ਦੀ ਬਾਤ ਬੋਲੂਗਾ, ਜੋ ਅਸੀਂ ਹੈਗੇ ਵੀ ਨਹੀਂ ਉਹ ਵੀ ਸਾਨੂੰ ਬੋਲੂਗਾ। ਕਿਉਂ? ਕਿਉਂਕਿ ਇਹ ਕ੍ਰੋਧ ਦੇ ਵਿੱਚ ਆ ਜਾਵਾਂ, ਇਹ ਆਪਣਾ ਦਾਇਰਾ ਸਹਿਜ ਦੇ ਨਾਲ ਨਿਕਲ ਕੇ ਇਹ ਸਾਡੇ ਪਾਸੇ ਆ ਕੇ ਖੇਲਣ ਲੱਗੇ, और फिर मैं ਇਹਨਾਂ ਨੂੰ ਦੁਬਾਰਾ ਤੋਂ ਬੇੜੀਆਂ ਲਾ ਦੂੰਗਾ। ਇਹ ਇਹਦੀ ਬਰੀਕੀਆਂ ਹੁੰਦੀਆਂ ਹੈ। तो ਇਹ ਤੋਂ ਸਾਨੂੰ ਨਾ ਬੜੀ ਸਤਰਕਤਾ ਤੇ ਰਹਿਣਾ ਹੈ ਕਿ ਜਿਵੇਂ ਸਾਨੂੰ ਕੋਈ ਫਿੱਕਾ ਵੀ ਬੋਲੀ ਜਾਂਦਾ ਨਾ, ਉਹਨੂੰ ਪੀ ਜਾਓ, ਜਵਾਬ ਨਾ ਦਿਓ। और जिन्नी की लोड़ है उतना बोलो। जे नहीं अगला कोई मनदा तो फिर बोलने का कोई फायदा नहीं रहेगा, फिर ना बोलो। फिर मालिक ਨੂੰ ਕਹੋ कि भाई, क्योंकि जो सामने वाला बंदा खड़ा है, ला लो ਤੁਸੀਂ, ਉਹਦੇ ਵਿੱਚ और ਸਾਡੇ ਵਿੱਚ ਕੋਈ ਅੰਤਰ ਨਹੀਂ ਹੈਗਾ। ਹੁਣ ਕੌਣ ਕਿਹਦੇ ਸਮਕਸ਼ ਹੋ ਕੇ ਖੇਲ ਰਿਹਾ ਹੈ, ਇਹ ਬਾਤ ਹੈ। ਕੋਈ ਤਾਂ ਕਾਲ ਦੀ ਅੰਡਰ ਡਿਊਟੀ ਕਰ ਰਿਹਾ ਹੈ, ਕੋਈ ਤਾਂ ਜਿਵੇਂ ਲਾ ਲਓ ਕੋਈ ਗਵਰਨਮੈਂਟ ਡਿਊਟੀ ਕਰ ਰਿਹਾ ਹੈ, ਕੋਈ ਪ੍ਰਾਈਵੇਟ। ਹੁਣ ਪ੍ਰਾਈਵੇਟ ਕੀ ਹੋ ਗਏ, ਇੱਕ ਤਰੀਕੇ ਦੇ ਉਦਾਹਰਣ ਦੇ ਰਹੇ ਆਪਾਂ ਕਿ ਕਾਲ ਦੇ ਸਮਕਸ਼ ਹੋ ਗਏ, ਗਵਰਨਮੈਂਟ ਆਪਾਂ ਸਰਕਾਰੀ ਮਤਲਬ ਸਰਕਾਰ ਪਰਮਾਤਮਾ ਦੇ ਸਮਕਸ਼ ਹੋ ਗਏ, है ना। ਤੇ ਆਪਾਂ ਅੰਦਰ तो एक ही चीज है, लेकिन पार्टियां ਦੀ बात है कि कौन कौन सी पार्टी ਚ ਹੋ ਗਏ खेल रहा है। जो काल ਦੀ ਪਾਰਟੀ ਚ ਹੋ ਗਏ खेल रहा है, ਤੇ ਵਾਹਿਗੁਰੂ ਨੇ ਤੇ ਕਾਲ ਦਾ ਹੀ ਕੰਮ ਕਰਨਾ ਹੈ ਨਾ, ਉਹਦੀ ਗਲਤੀ ਕੀ ਰਹਿ ਗਈ ਉਹਦੇ ਵਿੱਚ, ਕਿਉਂਕਿ ਉਹਨੇ ਉੱਥੇ ਡਿਊਟੀ ਨੌਕਰੀ ਲੈ ਰੱਖੀ ਹੈ। ਤੇ ਸਾਨੇ ਤਾਂ ਆਪਣੀ ਨੌਕਰੀ ਤੇ ਧਿਆਨ ਦੇਣਾ ਹੈ, ਸਾਨੇ ਆਪਣੀ ਦਿਹਾੜੀ ਤੋਂ ਧਿਆਨ ਦੇਣਾ ਹੈ ਕਿ ਸਾਨੇ ਤਾਂ ਅੱਗੇ ਤੇ ਸੈਲਰੀ ਲੈਣੀ ਹੈ ਨਾ, ਮਾਲਿਕ ਦੇ ਘਰ ਤੇ ਅੰਮ੍ਰਿਤ ਰਸ ਦੀ ਲੈਣੀ ਹੈ, ਨਾਮ ਦੀ ਲੈਣੀ ਹੈ, ਅਨੰਤ ਦੀ ਲੈਣੀ ਹੈ। ਜਾਂ ਫਿਰ ਸਾਨੇ ਆ ਦੇਖਣਾ ਹੈ ਕਿ ਆ ਗਲਤ ਕਰ ਰਿਹਾ, ਆ ਸਹੀ ਕਰ ਰਿਹਾ, वो सारा कुछ इग्नोर करते हुए सिर्फ और सिर्फ अपना कम काज करना है। और कम काज करते हुए मालिक का चेता ना विसरे, पूरा समय ला दो। जिवें ला लो वाहिगुरु गुरु मंत्र रसना तो जप जप के आप ला ही रहे हैं, ਹਿਰਦੇ ਦੇ ਵਿੱਚ ਬਸਾ ਲਓ ਕਿ ਜਿਵੇਂ ਵੀ ਥੋੜੇ ਵੀ ਅਗਰ ਤੁਸੀਂ ਕਿਸੇ ਹੋਰ ਮਾਹੌਲ ਚ ਜਾਓ ਨਾ, ਤੇ ਤੁਹਾਨੂੰ ਨਾ ਵਾਹਿਗੁਰੂ ਦੀ ਇੰਨੀ ਕਮੀ ਮਹਿਸੂਸ ਹੋਵੇ, ਇੰਨੀ ਕਮੀ ਮਹਿਸੂਸ ਹੋਵੇ ਕਿ ਤੁਹਾਨੂੰ ਬੇਚੈਨੀ ਹੋਣ ਲੱਗੇ ਕਿ ਵੀ ਨਹੀਂ ਰਹਿ ਸਕਦੇ ਅਸੀਂ ਮਾਲਿਕ ਤੇਰੇ ਬਗੈਰ, तेरी याद के बगैर भी ਅਸੀਂ नहीं रह सकते। सानू आ जलांदी है, कहने जैसी अगन उदर में तैसी बाहर माया, माया अगन सब एको जही करता खेल रचाया। हुणे ਤਾਂ ਆਪਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਇਹ ਮਾਇਆ ਸਾਨੂੰ ਜਲਾਂਦੀ ਹੈ, ਲੇਕਿਨ ਇਹ ਮਾਇਆ ਸਾਨੂੰ ਜਲਾ ਰਹੀ ਹੈ, ਸਾਨੂੰ ਦੁਖੀ ਕਰ ਰਹੀ ਹੈ, ਕਿਉਂਕਿ ਸਾਡਾ ਅੰਮ੍ਰਿਤ ਰਸ ਆ ਲੂਟ ਰਹੇ ਹੈ ਪੰਜੋ। ਸਾਨੂੰ ਆਨੰਦ ਨਹੀਂ ਆਣ ਦਿੰਦੇ, ਸਾਨੂੰ ਸਹਿਜ ਦੇ ਨਾਲ ਨਹੀਂ ਰਹਿਣ ਦਿੰਦੇ, ਤੇ ਸਾਨੂੰ ਟੌਰਚਰ ਕਰਦੇ ਰਹਿੰਦੇ ਹਰ ਸਮੇਂ। ਪਹਿਲੇ ਸਾਤੇ ਬੁਲਾ ਲੈਣਗੇ, ਸਾਡੇ ਸਵਾਸ ਰੂਪੀ ਧਨ ਨੂੰ ਖਰਚ ਕਰਵਾ ਲੈਣਗੇ, ਉਸ ਤੋਂ ਬਾਅਦ ਸਾਨੂੰ ਫਿਰ ਟੌਰਚਰ करेंगे दूसरा की जुबान तो बैठ के, साढ़े आप दे अंदर बैठ के कहेंगे कि तेनू ऐसा नहीं बोलना था, तेनू ऐसे नहीं करना था, फिर सानू टॉर्चर करेंगे। ते ये सानू दुख देने हैं, दुख। ते सानू अपने थिरघर दे विच, सूख महल दे विच वासा पाना है, और एना तो अपना खेड़ा छुड़ाना है। और उस खेड़े नू छुड़ाने दे लई सब तो पहला एक ही चीज वैल्यूबल है, वो है प्रेम। तिने साच कहूं सुन लेहो सब है, जिन प्रेम कियो तिन ही प्रभ पायो। जे सानू मालिक तो प्रेम हो गया ना, प्रेम दे विच जानदे आपां सारी, जिन्हों किसी चीज तो प्रेम हुंदा है वाहिगुरू, दूसरी चीज दा चेता ही नहीं आंदा, फिक्र भी उदी रहिंदी है। ਅਸੀਂ वो नहीं करते जो ਉਹਨੂੰ अच्छा नहीं लगता, ਅਸੀਂ कभी नहीं करते। जिते ला लो ਆਪਾਂ ਨੂੰ किसी दुनियावी रिश्ते ਤੋਂ प्रेम है, जे वो कहे ना कि ऐ नहीं करना, भावें अपना मन कर रहा हो, लेकिन ਆਪਾਂ ਨੂੰ ਤੇ प्रेम इतना है कि ਆਪਾਂ ਉਹਦੇ आदी हो गए, ਆਪਾਂ ਨੂੰ ਉਹਦੇ प्रेम ਦੇ ਬੰਧਨ ਦੇ ਵਿੱਚ ਹੋ ਗਏ, ਆਪਾਂ ਨੇ नहीं करना। शायद अपनी इच्छा भी हो रही है, लेकिन फिर भी नहीं करना, क्योंकि ਅਸੀਂ ਉਹਦੇ बगैर नहीं रह सकते ना। साड़ी मजबूरी बन जावे, मालिक तो प्रेम इतना हो जावे कि साड़ी मजबूरी बन जावे कि ਅਸੀਂ ਉਹਦੇ बगैर रह ही नहीं सकते। इतना प्रेम मालिक ਨੂੰ करना है, मालिक आप ਸਾਨੂੰ अपने गले ते लगा लूगा। और जो मालिक दे चरण बताए जाने हैं, वो मालिक दे चरण है जो साढ़े कन्ना दे विच आवाज सुनती है ना, जिवें बेनती दे विच लिखा होया कि तब चरणन मन रहे हमारा, अपना जान करो प्रतिपारा।
हमरे दुष्ट समय तुम बाहो, आप हाथ दे मोहे बचाओ। ते अपने जो मन है वो मालिक दी मुख दी आवाज शब्द ते जो शब्द दा ते सुरत दा मेल होना है। जन्म मरण खंडन हो जाऊगा साड़ा। ते होगा कद जब ਆਪਾਂ ਉਹਨੂੰ ਹਿਰਦੇ 'ਚ ਵਸਾਏਂਗੇ ਤਾਂ ਹੋਊਗਾ। ਆਪਾਂ ਕਹਿੰਦੇ ਜੀ ਅਸੀਂ ਸੁਣਦੇ ਤਾਂ ਹੈ ਹਨਾ, ਲੇਕਿਨ ਉਹਨੂੰ फुल कॉन्फिडेंस के साथ प्रेम किते शंका नहीं रह जानी चाहिए। कहने सेंस जो मलीन है किते धोता संजम जाए, मन धोहो शब्द लागो हर से रहो चितलाए। साने अपना चित ਉਹਦੇ ਵਿੱਚ ਰੱਖ ਦੇਣਾ ਹੈ। ਠੀਕ ਹੈ ਜੀ ਗੁਰਮੁਖੋ। ਹਾਂਜੀ ਆਵਾਜ਼ ਸਾਰਿਆਂ ਨੂੰ ਜਾ ਰਹੀ ਹੈ ਵਾਹਿਗੁਰੂ? ਹਾਂਜੀ ਵਾਹਿਗੁਰੂ। ਹਾਂਜੀ ਹਾਂਜੀ ਵਾਹਿਗੁਰੂ ਜੀ, आ रही है सारे नु आवाज आ रही, बिल्कुल क्लियर, ठीक है। ਹਾਂਜੀ ਹਾਂਜੀ। तो अपने आप ਨੂੰ ਸਾਨੇ ਮਾਇਆ ਤੋਂ ਪਰੇ ਕਰਨਾ, ਔਰ अपन ਨੂੰ ਨਾ ਮਾਇਆ ਦਾ ਇੱਕ ਤਰ੍ਹਾਂ ਤੇ ਲਾ ਲਓ, ਵੈਸੇ ਮਾਇਆ ਵੀ ਪਰਮਾਤਮਾ ਦੀ ਹੀ ਬਣਾਈ ਹੋਈ ਹੈ ਤੇ ਇਹਨੂੰ ਵੀ ਮਾਲਿਕ ਨੇ ਬੜੀ ਡਿਊਟੀ ਲਾਈ ਹੋਈ ਹੈ ਵਾਹਿਗੁਰੂ, ਜਾਂ ਇਤਨੀ ਸਤਰਕਤਾ ਦੇ ਸਾਥ ਮਾਲਿਕ ਦੀ ਡਿਊਟੀ ਕਰ ਰਹੀ ਹੈ ਕਿ ਆਪਾਂ ਦੇ 3 ਯੁਗਾਂ ਤੋਂ ਲੈ ਕੇ ਆਪਣੀ ਅੱਖਾਂ ਦੇ ਵਿੱਚ ਧੂਲ ਝੋਕੀ ਜਾਂਦੀ ਹੈ। ਔਰ ਇੰਨਾ ਜ਼ਿਆਦਾ ਇਹਨੇ ਆਪਾਂ ਨੂੰ ਕੰਟਰੋਲ ਦੇ ਵਿੱਚ ਕਰ ਲਿਆ, ਇਤਨਾ ਜ਼ਿਆਦਾ ਕੰਟਰੋਲ ਦੇ ਵਿੱਚ ਕਰ ਲਿਆ कि ऐदा जो इरादा है वो काल दा जो इरादा है वो काल चाहता है कि भाई कोई ना नाम जपे, क्योंकि मैं मालिक दे घर वडियाई लेनी है। ते हुण सानू मालिक दी तरफ इतना सोहने तरीके दे नाल जनाया जाता है और इतने प्यार दे राही समझाया जाता है कि वाहिगुरु साड़ी झोली छोटी है, मालिक दी दात बहुत बड़ी है। आप जितनी पता छोटी छोटी सी झोली लेके आते हैं, मालिक इतना ज्यादा भंडार खोल देने कि आपा तो सिमलदा भी नहीं। ਤੇ ਮਾਲਿਕ ਨੂੰ ਬੇਨਤੀ ਇਹੋ ਜੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਨਾ ਤਾਂ ਅਸੀਂ ਗਿਆਨ ਸੁਣ ਸਕਦੇ ਹਾਂ, ਨਾ ਉਹਨੂੰ ਦ੍ਰਿੜ ਕਰ ਸਕਦੇ ਹਾਂ, ਨਾ ਆਪ ਜੀ ਨੂੰ ਬੁਲਾ ਸਕਦੇ ਹਾਂ, ਅਸੀਂ ਕੁਝ ਨਹੀਂ ਕਰ ਸਕਦੇ। ਵਾਹਿਗੁਰੂ ਜੇ ਸਾਡੇ ਅਸੀਂ ਕਹਿੰਦੇ ਜੀ ਸਾਡੇ ਤੇ ਕਿਰਪਾ ਹੋ ਜਾਣੀ ਚਾਹੀਏ। ਅਸੀਂ ਗੁਰਮੁਖਾਂ ਨੂੰ ਵੀ ਕਈ ਵਾਰ ਫੋਨ ਲਾ ਦਿੰਦੇ, ਵਾਹਿਗੁਰੂ ਸਾਡੇ ਤੇ ਕਿਰਪਾ ਕਰੋ। ਵਾਹਿਗੁਰੂ ਸਾਡੇ ਤੇ ਕਿਰਪਾ ਹੋ ਰਹੀ ਹੈ, ताई तो असि मालिक दी उस्तत सुनने हैं, ताई तो आप गुरु मंत्र दिरड़ा रहे हैं, यही तो कृपा है। भावें संसार के विच नजर मार के देखो, काल ने इतना ज्यादा घेरा पाया हुआ है कि मालिक दा एक बार भी जुबान तो नाम नहीं निकलन देता। ते आपां तां बहुत ज्यादा मालिक नूं प्यारे हैं, बहुत बड़भागी है ते सानू भी मालिक नूं इतना प्रेम करना है, इतना प्रेम करना है कि किते भी कोई जगह ना रह जाए। जे मालिक दी तरफ ते हुक्म आए ना कि भी अपना सर दे दो असी टाइम, वाहिगुरु सानू समय ना लगे, एक क्षण भी ना लगे, एक चस क्षण दे विच एक चस आंदा वो भी ना लगे। ਅਸੀਂ कहें वाहिगुरु माया दा है, कट के अलग फेंक दो, ਅਸੀਂ थोड़े ही साथ रहना है। इतना प्रेम हो जावे सानू मालिक ते, है ना। ਅਸੀਂ ਸੋਚੇ ਵੀ ਨਾ ਇੱਕ ਵਾਰ ਵੀ, ਸਾਨੂੰ ਜੇ ਸਾਨੂੰ ਸੋਚ ਵੀ ਆ ਗਈ ਤਾਂ ਸੋਚੋ ਕਿ ਅਸੀਂ ਬਲਾਪ ਕਰੇ ਰੋਵੇਂ ਗਾਵੇਂ ਕਿਉਂ ਆ ਵਿਚਾਰ ਆਏ ਹੀ ਕਿਉਂ, ਕਿਉਂਕਿ ਅਸੀਂ ਮਾਲਿਕ ਦੇ ਕਾਬਿਲ ਨਹੀਂ ਹੈਗੇ ਕਿ ਅਸੀਂ ਮਾਲਿਕ ਨੂੰ ਸੱਚੇ ਮੁੱਚੇ ਪਿਆਰ ਨਹੀਂ ਕਰਦੇ, ਅਸੀਂ ਤਾਂ ਫਿਰ ਫਾਰਮੈਲਿਟੀ ਦੇ ਵਿੱਚ ਰਹਿ ਗਏ। मतलब जे मालिक नूं लोड़ पए ते हाजिर रहना है, दुनिया नूं पिछे छुड़ दो। इज्जत बेइज्जती रेपुटेशन जो भी कुछ है सब नूं खत्म करके, क्योंकि आ लोक दे विच कुछ ही समय है, जिवें ला लो कोई बहुत ज्यादा प्रॉपर्टी वाला है ते कुछ ही समय है वाहिगुरु, या तां काल दा एरिया है ते कोई नहीं रहा। कहने एह भूपत सब दिनस चार के, ਇੱਥੇ ਆਪਾਂ ਭੋਗੀ ਬਣੇ ਹੋਏ हैं, ਆਪਾਂ ਨੂੰ ਆਪਣਾ ਨਹੀਂ ਸਮਝਣਾ। ਉਹ ਮਾਲਿਕ ਦਾ ਸ਼ੁਕਰੀਆ ਅਦਾ ਕਰਨਾ ਹੈ ਕਿ ਮਾਲਿਕ ਨੇ ਸਾਨੂੰ ਰਹਿਣ ਲਈ ਘਰ, ਪਹਿਨਣ ਲਈ ਕੱਪੜਾ, ਸਾਰਾ ਕੁਝ ਸੁੱਖ ਸਹੂਲਤ ਜਿੰਨੀ ਕੁ ਵੀ ਹੈ ਮਾਲਿਕ ਨੇ ਜੇ ਕੰਮ ਵੀ ਦੇ ਰੱਖੀ ਹੈ ਨਾ, ਤੇ ਕੋਈ ਗੱਲ ਨਹੀਂ, ਆਪਾਂ ਇੱਥੇ ਧਰਮਸ਼ਾਲਾ ਦੇ ਵਿੱਚ ਠਹਿਰੇ ਹੋਏ हैं। ਆਪਾਂ ਨੇ ਕੌਣ सा ਇੱਥੇ परमानेंटली रहना है, ਆਪਾਂ ਨੇ ਤਾਂ अपने घर जाना है। ते एहसास भी नहीं करना कि वाहिगुरु ने आ नहीं दे रखा, आ नहीं दे रखा। जे कुछ बद दे रखा है तो आ भी नहीं कहना कि बड़ा कुछ दे रखा है, क्योंकि साड़ा अपना नहीं है, किराए का मिला होया है। यूज करते रहना चाहिए सानू, यूज करते रहो, सुरत दे विच ना वड़ो उन्होंने। जे सुरत दे विच बड़ा होया है ते उन्होंने वाहिगुरु नूं बेनतियां कर करके वाहिगुरु नूं कहो कि वाहिगुरु साड़ी सुरत दे विच ते माया नूं कढ के बख कर। उन्होंने कहा गुरबाणी दे विच कहने जैसा संग विसियर का है रे तैसो ही परग्रह, जिवें सप दे नाल यारी लाना, दोस्ती करना खतरनाक है, उवें ही पराए घर माया दे घर दे विच संग पाना साड़े लई खतरनाक साबित होगा।
ਤੇ ਇਸ ਕਰਕੇ ਇਹਦਾ ਸੰਗ ਨਹੀਂ ਪਾਣਾ, ਇਹਨੂੰ ਇਸਤੇਮਾਲ ਕਰਨਾ ਹੈ। ਮਾलिक ने इस्तेमाल करने के लिए दी है, ਇਹਨੂੰ इस्तेमाल करो, खुल के इस्तेमाल करो, लेकिन ਇਹਦੇ ਪ੍ਰੇਮ ਨਾ ਕਰੋ। ਪ੍ਰੇਮ ਆਪਣੇ ਮਾलिक ਤੇ ਕਰੋ, ਕਿਉਂਕਿ ਸਾਡੇ ਮਾलिक ਨੇ ਇਹਨੂੰ ਬਣਾਇਆ ਹੈ, ਸਾਡੇ ਲਈ ਬਣਾਇਆ ਹੈ। ਤੇ ਜੋ ਚੀਜ਼ ਬਣਾਈ ਹੈ ਉਸ ਤੋਂ ਤਾਂ ਆਪਾਂ ਪ੍ਰੇਮ ਕਰਨ ਲੱਗੇ, ਔਰ ਜਿੰਨੇ ਬਣਾਈ ਹੈ ਉਹਨੂੰ ਆਪਾਂ ਭੁੱਲ ਗਏ। तो कितना बड़ा अपमान ਆਪਾਂ ਨੇ ਮਾलिक ਦਾ ਕਰ ਦਿਆ। ਹੁਣ ਸਾਨੇ ਜੋ ਬਣਾਈ ਹੈ ਉਹਨੂੰ ਇੰਪੋਰਟੈਂਟ ਨਹੀਂ ਦੇਣੀ, ਉਹਨੂੰ ਇੰਪੋਰਟੈਂਟ ਦੇਣੀ ਵੀ ਹੈ ਤਾਂ ਬਹੁਤ ਬਾਅਦ ਦੇ ਵਿੱਚ ਦੇਣੀ ਹੈ। ਪਹਿਲਾ ਇੰਪੋਰਟੈਂਟ ਦੇਣੀ ਹੈ ਜਿੰਨੇ ਉਹਨੂੰ ਬਣਾਇਆ ਹੈ, ਤੇ ਮਾलिक ਨੇ ਬਣਾਇਆ ਹੈ। ਤੇ ਮਾलिक ਨੂੰ ਸਾਰੀ ਪ੍ਰੋਪਰ ਕ੍ਰੀਏਟ ਮਤਲਬ ਜੋ ਵੀ ਚਾਹੁੰਦਾ ਹੈ ਉਹ ਮਾलिक ਨੂੰ ਜਾਣਾ ਚਾਹੀਦਾ। ਤੇ ਹੁਣ ਗੁਰਮੁਖੋ ਸਾਰਿਆਂ ਨੇ ਹੀ ਮਾलिक ਨੂੰ ਬੇਨਤੀਆਂ ਕਰਦੇ ਹੋਏ और सारा कुछ भूलते हुए, जिन्नी भी अपने अंदर नीवापन हो, जिन्ना भी कुछ हो, इतनी सहजता के साथ अपने आप ਨੂੰ ਝਾਕੀ ਮਾਰਦੇ ਹੋਏ, ਜਿਵੇਂ ਬਾਬਾ ਫਰੀਦ ਜੀ ਨੇ ਲਿਖਾ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਫਰੀਦਾ ਲਿਖ ਨਾ ਕਾਲੇ ਲੇਖ, ਆਪਣੇ ਹੀ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਗਰੀਵਾਨ ਦੇ ਵਿੱਚ ਝਾਕਦੇ ਹੋਇਆ ਮਾलिक ਨੂੰ ਆਵਾਜ਼ ਲਗਾਣੀ ਹੈ ਕਿ ਵਾਹਿਗੁਰੂ ਸਾਨੂੰ ਬਖਸ਼ ਦੇ, ਅਸੀਂ ਆਪ ਬਿਲਕੁਲ ਨਹੀਂ ਤੇਰੇ ਨਾਲ ਮਿਲ ਸਕਦੇ, ਕਿਉਂਕਿ ਅਸੀਂ ਤੇਰੇ ਅੱਗੇ ਖੜੇ ਹੋਣੇ ਦੇ ਕਾबिल ही नहीं है मेरे मालिक, क्योंकि तू गुणा दा सागर है, तू इतना सच्चा सुच्चा है, इतना साफ है वाहिगुरु, और ਅਸੀਂ इतने गंदे मैले, इतने पापी कि वाहिगुरु तेरे सामने खड़े होने ਦੀ ਹਿੰਮਤ ਤਾਂ ਬਹੁਤ बड़ी बात है। ਸਾਡੀ ਜ਼ਰੂਰਤ ਹੀ ਨਹੀਂ ਹੁੰਦੀ, ਸਾਨੂੰ मतलब हिम्मत ही नहीं होती साड़ी कि ਅਸੀਂ मालिक तेरे सामने खड़े होकर कुछ सफाई दे सकें। ਅਸੀਂ ਮਾलिक ਨੂੰ ਸਫਾਈ ਵੀ ਨਹੀਂ ਦੇ ਸਕਦੇ, ਅਸੀਂ ਨਹੀਂ ਕਹਿ ਸਕਦੇ ਮਾलिक ਨੂੰ ਕਿ ਵਾਹਿਗੁਰੂ ਸਾਨੇ ਗਲਤੀਆਂ ਨਹੀਂ ਕਰੀਆਂ, ਸਾਨੇ ਐਸਾ ਨਹੀਂ ਕਰਾ, ਸਾਨੇ ਐਸਾ ਕਰਾ ਥਾ तो ऐसा हो गया। ਵਾਹਿਗੁਰੂ ਆਪਾਂ ਨੂੰ ਤਾਂ ਹੁਣ ਚੁੱਪ ਬਹਿ ਕੇ ਬੈਠਣਾ ਪਊਗਾ। ਜਿਵੇਂ ਲਾ ਲਓ ਦੁਨਿਆਵੀ ਤਰੀਕੇ ਤੇ ਕਿਸੇ ਨੇ ਗਲਤੀ ਕਰਦੀ ਹੋ ਨਾ, ਤੇ ਜਿੱਥੇ ਗੁੰਜਾਇਸ਼ ਹੁੰਦੀ ਹੈ ਸਫਾਈ ਦੇਣੀ ਦੀ ਗੁੰਜਾਇਸ਼ ਹੁੰਦੀ ਹੈ ਤੇ ਉੱਥੇ ਹੀ ਸਫਾਈ ਦੀ ਜਾ ਸਕਦੀ ਹੈ। ਜੀ ਸਾਨੇ ਤਾਂ ਇਸ ਤਰੀਕੇ ਤੇ ਨਹੀਂ ਕਰਾ ਹੈ ਨਾ। ਔਰ ਜਿੱਥੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਵੀ ਅਗਲੇ ਜੋ ਲੋਕ ਸਾਡੇ ਬੈਠੇ ਹੈ, ਜਿਵੇਂ ਲਾ ਲਓ ਇੱਕ ਪੰਚਾਇਤ ਠੀਕ ਹੈ, ਉਹਦੇ ਵਿੱਚ ਅਸੀਂ ਗੁਨਹਗਾਰ ਹੈ, ਉਹਨਾਂ ਨੇ ਸਾਨੂੰ ਬਿਠਾਇਆ ਤੇ ਸਾਡੇ ਗੁਨਾਹ ਦਾ ਉਹਨਾਂ ਨੂੰ ਨਹੀਂ ਪਤਾ ਤੇ ਅਸੀਂ ਸਫਾਈ ਦੇ ਸਕਦੇ ਹਾਂ। ਕਹਿੰਦੇ ਜੀ ਸਾਨੇ ਇਸਲਮ ਨਹੀਂ ਬੋਲਾ ਥਾ, ਸਾਨੇ ਐਸਾ ਨਹੀਂ ਕਰਾ ਥਾ। और मालिक ਦੀ ਜੋ ਪੰਚਾਇਤ ਹੈ, ਮਾलिक ਜਿਸ ਦਰ ਤੋਂ ਬੈਠਾ ਹੈ, ਮਾलिक ਨੂੰ ਸਾਡੇ ਆਪਣੇ ਅੰਦਰ ਦਾ ਸਾਰਾ ਕੁਝ ਪਤਾ ਹੈ ਜੋ ਅਸੀਂ ਕਰੇ ਹੋਏ हैं, ਤੇ ਮਾलिक ਦੇ ਸਾਹਮਣੇ ਅਸੀਂ ਸਫਾਈ ਵੀ ਨਹੀਂ ਦੇ ਸਕਦੇ। ਤੇ ਸਾਡੇ ਲਈ ਤਾਂ ਇਤਨਾ ਹੀ ਉਹ ਹੈ ਕਿ ਅਸੀਂ ਜਿਵੇਂ ਲਾ ਲਓ ਜੋ ਬੜਾ ਗੁਨਹਗਾਰ ਹੁੰਦਾ ਹੈ ਨਾ, ਜਿਹਦਾ ਪਰਦਾਫਾਸ਼ ਹੋ ਜਾਂਦਾ ਹੈ, ਸਾਰੇ ਲੋਕਾਂ ਨੂੰ ਉਹਦੇ ਬਾਰੇ ਚ ਅਸਲੀਅਤ ਪਤਾ ਚੱਲ ਜਾਂਦੀ ਹੈ, ਤੇ ਵਾਹਿਗੁਰੂ ਉਹ ਸਫਾਈ ਨਹੀਂ ਦਿੰਦਾ, ਉਹ ਤਾਂ ਸਿਰ ਨੀਵਾ ਕਰਕੇ ਬੈਠ ਜਾਂਦਾ ਜੀ ਜੋ ਸਜ਼ਾ ਦੇਣੀ ਹੈ ਦਿਓ, ਕਿਉਂਕਿ ਉਹਨੂੰ ਪਤਾ ਹੈ ਹੁਣ ਗੁੰਜਾਇਸ਼ ਹੀ ਨਹੀਂ ਰਹਿ ਗਈ। इसी तरीके से सारी गुंजाइश ही नहीं रह गई मालिक को सफाई देने की। थाने तो अपना सिर नीवा करके बस बैठ जाना है कि जो तू करेगा वही होगा। हुन कोई क्योंकि असी तो गुनहगार है ही, साने तो गुनहगार अपने आप मन नहीं रहना है, साने सफाइयां नहीं देनिया मालिक ਨੂੰ। तो इस तरीके ਦੇ ਨਾਲ ਹੁਣ ਆਪਾਂ ਨੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾਣਾ ਹੈ ਬਹੁਤ ਹੀ ਪ੍ਰੇਮ ਤੇ, और भूल जाना है कि स्काइप तो चल रहा है या कुछ चल रहा है। सिर्फ और सिर्फ सारा ध्यान प्रॉपर मालिक ਦੇ ਵਿੱਚ ਰੱਖ ਕੇ और मालिक ਨੂੰ ਮਿੰਨਤ ਜੋੜਨੀ ਕਰਨੀ ਹੈ कि वाहिगुरु साढ़े ते ऐसी नी बरसा दो, ऐसी कृपा कर दो वाहिगुरु कि बड़े बड़े पापियां ਨੂੰ थाने बचाया है, अजामिल ਨੂੰ बचाया, गणिका ਨੂੰ बचाया। गुरबाणी ਦੇ ਵਿੱਚ ਆਪਾਂ ਪੜ੍ਹਦੇ हैं ਤੇ ਵਾਹਿਗੁਰੂ ਅਸੀਂ ਉਹਨਾਂ ਤੋਂ ਵੀ ਵੱਧ ਪਾਪੀ हैं ਤੇ ਤੁਸੀਂ ਸਾਡਾ ਵੀ ਪਾਰ ਉਤਾਰਾ ਕਰੋ। ਤੇ ਆਓ ਗੁਰਮੁਖੋ ਸਾਰੇ ਹੀ ਗੁਰਮੁਖ ਬੜੇ ਹੀ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਆਪਣੇ ਨੇਤਰਾਂ ਨੂੰ ਬੰਦ ਕਰਦੇ ਹੋਏ अपने मुख की आवाज दे विच ध्यान रखते हुए मालिक नू सुन दे विच मनदे होए आवाज लगानी है सानू। ते करो शुरू जी गुरमुखो। वाहिगुरु 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 वाहिगुरु
गुरु वाहिगुरु 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 Right.
ਵਾਹਿਗੁਰੂ 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 ਵਾਹਿਗੁਰੂ। ਸਾਰੇ ਹੀ ਗੁਰਮੁਖੋ ਅੰਤਿਗ੍ਰਹਿ ਸਿਮਰਨ ਕਰੋ। ਵਾਹਿਗੁਰੂ ਜੀ ਆਪਣੇ ਜੋ ਕੰਨਾਂ ਦੇ ਵਿੱਚ ਮਾਲਿਕ ਦੇ ਮੁਖ ਦੀ ਆਵਾਜ਼ ਸੁਣਦੀ ਹੈ ਉਹਦੇ ਵਿੱਚ ਧਿਆਨ ਰੱਖਦੇ ਹੋਇਆ ਆਪਣੇ ਸਾਹਮਣੇ ਵਾਲੀ ਜਗ੍ਹਾ ਤੋਂ ਸੁਣਨ ਦੇ ਵਿੱਚ ਆਸਣ ਲਾ ਕੇ ਬੈਠੋ ਜੀ ਤੇ ਅੰਤਿਗ੍ਰਹਿ ਸਿਮਰਨ ਕਰੋ। ਹਾਂਜੀ ਗੁਰਮੁਖੋ ਆਪਣੇ ਨੇਤਰਾਂ ਦੇ ਬਿਲਕੁਲ ਨਜ਼ਦੀਕ ਦੇਖਦੇ ਹੋਇਆ ਪਲਕਾਂ ਦੇ ਕੋਇਆਂ ਦੇ ਨਜ਼ਦੀਕ ਦੇਖਦੇ ਹੋਇਆ ਇੱਕ ਹੀ ਜਗ੍ਹਾ ਤੋਂ ਦੇਖਦੇ ਹੋਇਆ ਆਪਣੇ ਨੇਤਰਾਂ ਨੂੰ ਬੜੇ ਹੀ ਸਹਿਜ ਸੁਭਾਈ ਧੀਰੇ ਧੀਰੇ ਖੋਲਣਾ ਹੈ ਜੀ। ਨੇਤਰਾਂ ਦੇ ਨਜ਼ਦੀਕ ਦੇਖਦੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ ਜਿੰਨੇ ਕੁ ਵੀ ਵਿਚਾਰ ਆਪ ਜੀ ਦੇ ਸਨਮੁਖ ਹੋਈ ਹਾਂ ਮਾਲਿਕ ਦੇ ਹੁਕਮ ਦੇ ਵਿੱਚ ਰਹਿੰਦਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਅਕਤ ਦੀ ਕਹਾਣੀ ਆਪਾਂ ਸਾਰਿਆਂ ਨੇ ਹੀ ਸੱਚੇ ਪਾਤਸ਼ਾਹ ਜੀ ਦੀ ਸੁਣੀ ਆ ਕਿਉਂਕਿ ਆਪ ਕੋਈ ਵੀ ਮਾਲਿਕ ਦਾ ਗੁਣਗਾਨ ਨਹੀਂ ਕਰ ਸਕਦੇ। ਮਾਲਿਕ ਹੀ ਆਪ ਆਪਾਂ ਨੂੰ ਸਾਰੇ ਨੂੰ ਜਨਾਨੇ ਹੈ ਆਪਾਂ ਸਾਰੇ ਹੀ ਸੁਣਨ ਵਾਲੇ ਹੈ। ਆਪਾਂ ਸਾਰਿਆਂ ਨੂੰ ਹੀ ਮਾਲਿਕ ਹੀ ਜਨਾਨੇ ਹੈ ਕਹਿੰਦੇ ਜਿਸ ਨੂੰ ਤੂੰ ਜੜਾਏ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ। ਤੇ ਆਪਾਂ ਤੋਂ ਸਾਰਿਆਂ ਤੋਂ ਹੀ ਆ ਮੀ ਅਕਾਲ ਪੁਰਖ ਪ੍ਰਮਾਤਮਾ ਆਪ ਵਰਸਾਨੇ ਹੈ। ਤੇ ਗੁਰਮੁਖੋ ਆਪ ਜੀ ਦੇ ਸਨਮੁਖ ਜੋ ਵੀ ਡਿਊਟੀ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਆਪਾਂ ਸਾਰੇ ਹੈ ਨਹੀਂ ਲੇਕਿਨ ਫੇਰ ਵੀ ਜੋ ਡਿਊਟੀ ਅਕਾਲ ਪੁਰਖ ਜੀ ਨੇ ਅਸ ਸੇਜ ਤੋਂ ਆ ਕੇ ਅਕਾਲ ਪੁਰਖ ਜੀ ਨੇ ਲਈ ਤੇ ਆਪ ਜੀ ਦੇ ਸਨਮੁਖ ਵਿਚਾਰ ਕਰਦੇ ਹੋਇਆ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਵਿਚਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬਾਣੀ ਨੂੰ ਵਿਚਾਰਦੇ ਹੋਇਆ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਘਟਵਦ ਵਿਚਾਰ ਤੇ ਘਟਵਦ ਅੱਗੇ ਪਿੱਛੇ ਵਚਨ ਬੋਲੇ ਜਾਂਦੇ ਹੈ। ਆਪ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਹਾਜ਼ਰ ਨਾਜ਼ਰ ਨੇ ਤੇ ਅਨੇਕਾਂ ਹੀ ਪ੍ਰਕਾਰ ਦੀਆਂ ਭੂਲ ਚੁੱਕਾ ਹੋ ਜਾਣੀਆਂ ਹੈ ਤੇ ਆਪ ਤੇ ਗੁਰੂ ਸਾਹਿਬ ਬਖਸ਼ਣਯੋਗ ਹੋ ਬਖਸ਼ ਦੇਣਾ ਗੁਰਮੁਖੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।